ਅੱਜ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦਾ 5ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦੇ ਵਿੱਚ ਮਹਾਨ ਸ਼ਖਸੀਅਤਾਂ ਨੂੰ ਸਨਮਾਨ ਕੀਤਾ ਗਿਆ ਤੇ ਅਨੇਕਾਂ ਨਵੇਂ ਪੁਰਾਣੇ ਵੱਡੇ ਲੇਖਕ ਅੱਜ ਸ਼੍ਰੀ ਭੈਣੀ ਸਾਹਿਬ ਸਾਹਿਤ ਸਭਾ ਦੇ ਵਿਹੜੇ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਤੇ ਬਹੁਤ ਵਧੀਆ ਪ੍ਰੋਗਰਾਮ ਨਿਬੜਿਆ ਤੇ ਪੰਜਾਬੀ ਜਿੰਦਾਬਾਦ ਦੇ ਉੱਪਰ ਇਸ ਦੀ ਰਿਪੋर्ट ਆਪ ਜੀ ਦੇ ਸਨਮੁਖ ਕਰ ਰਹੇ ਹਾਂ। ਚੱਲੇ ਆ ਹੋਲੀ ਦਾ ਨਾਮ ਰੱਖੀ ਮਾਮਾ ਤਾਂ ਛੱਡ ਕੇ ਚੱਲੇ ਆ ਹੋਲੀ ਦਾ ਨਾਮ ਰੱਖੀ ਅੱਖਰਾਂ ਨੂੰ ਨਾਲ ਰੱਖੀ ਸ਼ਬਦਾਂ ਸੇ ਢਾਲ ਰੱਖੀ ਚੰਨ ਪਹਿਰ ਵੀ ਜ਼ਰੂਰੀ ਖਿਆਲਾਂ ਦਾ ਖਿਆਲ ਰੱਖੀ ਖਿਆਲਾਂ ਦਾ ਖਿਆਲ ਰੱਖੀ। बहुत बहुत शुक्रिया जी इस झोली च दाता पाने ਲਈ ਤਹਿ ਦਿਲੋਂ ਸ਼ੁਕਰਾਨੇ बहुत शुक्रिया। ਨਾਮਾਂ ਦੇ ਉੱਤੇ ਪੁਰਸਕਾਰ ਦਿੱਤਾ ਜਾ ਰਿਹਾ ਹੈ, ਉਹਨਾਂ ਦੇ ਬਾਰੇ ਜਾਣਨਾ ਵੀ ਵਿਰਕ ਦੀ ਬਾਤ। ਅਸੀਂ ਇਹ ਚਾਹੁੰਦੇ ਸੀ ਕਿ ਉਹ ਆ ਜਾਣ, ਕਿਉਂਕਿ ਉਹਨਾਂ ਨੇ ਬਹੁਤ ਨੇੜੇ ਉਹਨਾਂ ਨੂੰ ਸਿੱਖਿਆ ਤੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਬਾਰੇ ਜਾਣਕਾਰੀ ਦੇ ਸਕਦੇ। ਤੇ ਮੈਂ ਹੁਣ ਬੇਨਤੀ ਕਰਾਂਗਾ ਸ਼ਬਦਾਂ ਦੇ ਭੰਡਾਰ सरदार सवल सिंह विर्क जी। मेरे बड़े पुराने संस्थे के समय से मित्र हरियाणे के उके पंजाबी अदीब नावलकार वार्तक वधिया लिखण वाले राम स्वरूप जी निजी साडे पंजाबी साहित्य अकादमी कार्यकारी कमेटी के मैंबर जसवीर ध्यान जी, सन्मानित शख्सियतां ते इस खिते दे समूह जिन्ने भी साहित्यकार कलाकार इत्थे इस अज दे शुभ अवसर ते जुड़े हो, तुहाडा सारियां दा एक बार बहुत बहुत हार्दिक अभिनंदन। बात साहब साडे युवा रचनाकार जिहड़े संचालन कर रहे ने, अज जिन्हां चार हस्तियां बारे तुसीं ये फिर पा रहे हो सन्मानित करने की वक्खो वखरियां ने तुरगियां नूं याद करना कि अपने आप में भी एक बहुत बड़ा पुण्य कार्य भी होता है। और असीं एक फारसी का कोई शेर इस तरह का है कि जे तू चाहना है कि तेरे सीने के दाग हरे रहन कदे कदे अपने वडेरियां दियां दे किस्से कहानियां दोहराता रहा करी, पढ़ता रहा करी। इसलिए ये जिहड़े साहित्य खेत्र दियां चार वक्खो वखरियां शख्सियतां नामधारी साहित्य सभा भैणी साहब ने अज दुनिया याद करने वास्ते ते उन्हां दे नाम ते साडे जिहड़े वर्तमान रचनाकार ने उन्होंने सम्मानित करना, पुरस्कृत करना एक किस्म का जिहड़ा उन्होंने संबंध जोड़िया बहुत वधिया ते योग उपराला। ये इस तरह असीं अपने हो गुजरे साहित्यकारां नूं, क्योंकि कलम रह जाती है, तलवार नहीं रहिंदी, मजाइल ते टोप नहीं रहेगी, शब्द रहणगे। कबीर जदों होए कोई नहीं दस सकता दिल्ली का बादशाह किहड़ा सी। फरीद जदों होए किसी ने पूछिए कि दिल्ली का सुल्तान किहड़ा सी उदों जां लाहौर का हाकम किहड़ा सी, तां कोई नहीं दस सकेगा। पर फरीद बारे सारे दस देंगे कि पाकपटन च होए, 12वीं-13वीं सदी च होए। इस तरह ही होर जिहड़ियां उन्दियां हस्तियां सी कलमां वाले अखरां वाले उन्हां दा रुतबा शाहियां तो उत्ते हुंदा है कर्मां वालियां दा। और कर्म दा एक सुरूर हुंदा, एक मस्ती हुंदी है, एक प्राकृत भी हुंदा है जिहदे वास्ते कर्मकार अपनी कर्म चुकदा है। और ओहदा मुख प्राकृत सत्यम शिवम सुंदरम जिहनूं असीं कहने आ कि ओह सच दे नेड़े होवे, वेले दे सच दे नेड़े। जे ओह वेले दे सच तो टुटी ओहदी रचना ਤਾਂ ਫਿਰ ਉੱਤੇ ਸਥਾਈ नहीं हो सकती। ਵੇਲੇ ਦੇ ਸੱਚ ਦੇ ਨਾਲ ਖਹਿ ਕੇ ਲੰਘਣ ਵਾਲੀਆਂ ਰਚਨਾਵਾਂ ਤੋਂ ਹੀ ਚੰਗਿਆੜੇ ਉੱਠਦੇ ਨੇ।
ਕਿ ਉਹ ਹੀ ਲੰਮਾ ਸਮਾਂ ਤੱਕ ਆਉਣ ਵਾਲੇ ਪਾਪੀਆਂ ਦਾ ਰਾਹ ਰੋਸ਼ਨ ਕਰ ਸਕਦੀਆਂ ਨੇ ਤੇ ਉਹਨਾਂ ਦੀ ਸੋਚ ਵੀ ਹੋਵੇ, ਉਹਨਾਂ ਦੀ ਕਲਾ ਵੀ ਹੋਵੇ ਤੇ ਉਹ ਉਹਨਾਂ ਦੀ ਜਿਹੜੀ ਬਹੁਤ ਜ਼ਿਆਦਾ ਲਿਖਿਆ ਪ੍ਰਸਿੱਧੀ ਮਿਲਦੀ ਹੈ। ਸਾਡੇ ਨਵੇਂ ਰਚਨਾਕਾਰ ਨਾ ਖਾਸ ਕਰਕੇ ਕਈ ਵਾਰ ਉਹ ਇਸ ਚੱਕਰ 'ਚ ਲਗਾਤਾਰ 2 ਪੁਸਤਕਾਂ ਆਈਆਂ, ਫਿਰ 4 ਹੋ ਗਈਆਂ, ਫਿਰ 8 ਹੋ ਗਈਆਂ, 16 ਚਲੀ 32 ਗਿਣਤੀ ਤਾਂ ਵਧੀ ਜਾਂਦੀ ਹੈ। ਪਰ ਕਈ ਵਾਰ ਜਦੋਂ ਉਹਦੇ ਵਿੱਚੋਂ ਅਸੀਂ ਕੋਈ ਠੋਸ ਤੱਤ ਲੱਭਦੇ ਹਾਂ ਤਾਂ ਉਹ ਕਵਿਤਾ ਗੁੰਮ ਹੁੰਦੀ ਹੈ, ਵਾਰਤਕ ਗੁੰਮ ਹੁੰਦੀ ਹੈ। ਇਸ ਲਈ ਸਾਡੇ ਲੇਖਕਾਂ ਨੂੰ, ਖਾਸ ਕਰਕੇ ਨਵੇਂ ਲੇਖਕਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਉਹ ਵੱਧ ਪੜ੍ਹਨ। ਜਿੰਨਾ ਵੀ ਉਹ ਜ਼ਿਆਦਾ ਪੜ੍ਹਨਗੇ ਨਾ ਉਹਨਾਂ ਉਹ ਅੱਛਾ ਲਿਖ ਸਕਣਗੇ, ਸੁੰਦਰ ਲਿਖ ਸਕਣਗੇ। ਇਸ ਲਈ ਤੁਹਾਡਾ ਆਪਣਾ ਸਾਹਿਤ ਬੜਾ ਅਮੀਰ ਹੈ। ਪੰਜਾਬੀ ਸਾਹਿਤ ਇਹਦੀ ਵਿਸ਼ਾਲ ਪਰੰਪਰਾ ਹੈ ਔਰ ਲੋਕ ਪੱਖੀ ਪਰੰਪਰਾ ਹੈ। ਅੱਜ ਵੀ ਦਿੱਲੀ ਦੇ ਮੋਰਚੇ ਤੇ ਲਗਾਤਾਰ 13 ਮਹੀਨੇ ਤੁਹਾਡੇ ਸਾਹਿਤਕਾਰ ਸਾਹਿਬ ਇੱਥੇ ਬੈਠੇ ਨੇ। ਹੋਰ ਬਹੁਤ ਸਾਰੇ ਸਾਡੇ ਕਰਮਕਾਰ ਗੀਤਕਾਰ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਨਾਲ ਵੀ ਹਿੱਸਾ ਪਾਇਆ ਔਰ ਇਸ ਅੰਦੋਲਨ ਦੇ ਵਿੱਚ ਵੀ ਉਹ ਲਗਾਤਾਰ ਸ਼ਰੀਕ ਹੁੰਦੇ ਹੈ ਤੇ ਜਿਹਦੇ ਬਾਰੇ ਲੋਕ ਕਹਿੰਦੇ ਸੀ ਕਿ ਅਸੰਭਵ ਹੈ, ਉਹਨੂੰ ਸੰਭਵ ਕਰ ਦਿਖਾਇਆ। ਵੇਲੇ ਦੇ ਜਾਬਰ ਨੂੰ ਉਹਨੂੰ ਉੱਠਾ ਫਾਂਸੀ ਕੇ ਉੱਠੀ ਛਾਲ ਤੇ ਮਜਬੂਰ ਕੀਤਾ ਕਿ ਉਹਨੂੰ ਰੱਦ ਕਰੇ। ਇਹ ਵੱਖਰੀ ਗੱਲ ਹੈ ਕਿ ਹਾਕਮ ਬੜਾ ਚਲਾ ਕੇ ਔਰ ਉਹ ਇਸ ਕੋਟੀਆਂ ਟਿਕਣ ਵਾਲੀਆਂ ਉਹਦਾ ਮੁਕਾਬਲਾ ਕਰਨ ਲਈ ਆਪਾਂ ਨੂੰ ਅਜੇ ਲੰਬਾ ਸਮਾਂ ਹੋਰ ਜਦੋਜਹਿਦਾਂ ਦੇ ਖੇਤਰ ਤੋਂ ਲੰਘਣਾ ਪਵੇਗਾ। ਹੋਰ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ। ਵੇਲੇ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਪਰ ਸੱਚ ਦੱਬਦਾ ਨਹੀਂ। ਉਹ ਵੇਲੇ ਦੇ ਹਾਕਮ ਨੂੰ ਵੀ ਪੁਕਾਰਦਾ ਹੈ, ਰੱਬ ਨੂੰ ਵੀ ਪੁਕਾਰਦਾ ਹੈ ਕਿ ਮਾਰ ਪਈ ਦਰਵਾਨਾ ਕਹੀਂ ਕਿ ਦਰਦ ਨਾ ਆਇਆ। ਉਹ ਸ਼ਾਹਾਂ ਦੇ ਸ਼ਾਹ ਨੂੰ ਵੀ ਤੇ ਸੁਲਤਾਨਾਂ ਨੂੰ ਵੀ। ਇਸ ਲਈ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਕਿਹਾ ਸੀ ਕਿ ਜੇਕਰ ਤੂੰ ਜੱਗ ਦੇ ਮੈਦਾਨ 'ਚ ਆਉਂਦਾ ਹੈ ਤੇ ਤੀਰ ਮੈਂ ਤੈਨੂੰ ਬਖਸ਼ ਦਿੰਦਾ, ਪਰ ਹੁਣ ਮੈਂ ਕਰਮ ਦਾ ਤੀਰ ਤੇਰੇ ਵੱਲ ਭੇਜ ਰਿਹਾ। ਜਫਰਨਾਮਾ ਜਦੋਂ ਉਹਨਾਂ ਨੇ ਲਿਖਿਆ ਜਿਹਦੇ 'ਚ ਉਹਨੂੰ ਕਿਹਾ ਨਾ ਈਮਾਨ ਪ੍ਰਸਤ ਨਾ ਔਤਾਏ ਦੀਨ ਨਾ ਸਾਹਿਬ ਸਨਾਸ਼ੀ ਨਾ ਮੁਹੰਮਦ ਯਕੀਨ, ਕਿ ਨਾ ਤੇਰਾ ਕੋਈ ਦੀਨ ਹੈ, ਨਾ ਤੇਰਾ ਕੋਈ ਇਮਾਨ ਹੈ, ਨਾ ਤੈਨੂੰ ਰੱਬ ਦੀ ਪਹਿਚਾਣ ਹੈ, ਨਾ ਤੇਰਾ ਮੁਹੰਮਦ ਸਾਹਿਬ ਤੇ ਭਰੋਸਾ ਹੈ। ਕਿ ਉਹਨੂੰ ਅਸਾਂ ਦਾ ਕਤਲ ਕਰਕੇ ਮੈਂ ਹਜ਼ਰਤ ਮੁਹੰਮਦ ਸਾਹਿਬ ਕੋਲ ਕਿਹੜਾ ਨੂੰ ਲੈ ਕੇ ਜਾਵਾਂਗਾ, ਉੱਥੇ ਮੈਂ ਕੀ ਜਵਾਬ ਦਿਆਂਗਾ। ਇਹ ਉਹਨਾਂ ਦਾ ਕਹਿਣਾ ਸੀ। ਇਸ ਲਈ 1971 के ਭਾਰਤ ਜੰਗ ਬੰਗਲਾदेश ਯਾਹਿਆ ਖਾਨ डिक्टेटर ਸੀ। ਯਾਹਿਆ ਖਾਨ ਨੇ ਉਸ ਵੇਲੇ ਪਾਕਿਸਤਾਨ ਦੇ ਬਹੁਤ ਸਾਰੇ ਅਜੀਬਾਂ ਜਿਨ੍ਹਾਂ ਕਹਿਣ ਤੇ ਨਦੀਮ ਕਾਜ਼ਮੀ ਵੀ ਸੀ, ਉਹਨੂੰ ਵੀ ਜੇਲ੍ਹ 'ਚ ਸਿੱਟ ਦਿੱਤਾ। ਤਾਂ ਨਦੀਮ ਕਾਜ਼ਮੀ ਦਾ ਭਣੇਵਾ ਆਪਣੀ ਮਾਤਾ ਨੂੰ ਕਹਿੰਦਾ ਕਿ ਮਾਮੂ ਜੇਲ੍ਹ 'ਚ ਕਿਉਂ ਹੈ। ਉਹ ਕਹਿੰਦੇ ਕਿ ਉਹਨਾਂ ਨੇ ਯਾਹਿਆ ਖਾਨ ਦੇ ਖਿਲਾਫ ਇੱਕ ਕਵਿਤਾ ਲਿਖੀ ਸੀ। ਉਹ ਕਹਿੰਦਾ ਫਿਰ ਕਿਹੜੀ ਗੱਲ ਹੈ, ਯਾਹਿਆ ਖਾਨ ਮਾਮੂ ਦੇ ਖਿਲਾਫ ਕਵਿਤਾ ਲਿਖ ਦੇਵੇ। ਅੱਗੇ ਹੋ ਗਿਆ ਮੈਂ ਸੱਚਾ ਕਵਿਤਾ ਲਿਖੇ ਨਾ ਫਿਰ ਇਹ ਹੋ ਗਿਆ। ਸਰਬਜੀਤ ਸਿੰਘ ਦੀਆਂ ਵੀ ਕਿਆ ਬਾਤਾਂ, ਉਹ ਆਪਣੇ ਬੰਦਿਆਂ ਨੂੰ ਆਪਣੇ ਕਲਾਵੇ ਜਿਹੜੇ ਲੈਣ ਲਈ ਕਿੱਥੋਂ ਤੱਕ ਜਾ ਸਕਦੇ ਨੇ ਕੋਈ ਇਤਿਹਾਸ ਨਹੀਂ ਕਰ ਸਕਦਾ। ਔਰ ਉਹਨਾਂ ਨੇ ਜਿਹੜੇ ਵੱਡੇ ਕਾਰਜ ਲੈਣੇ ਸੀ ਉਹਨਾਂ ਤੋਂ ਆਪਣੀ ਬੋਲੀ ਤੇ ਭਾਸ਼ਾ ਦੇ ਛੋਟਾ ਜਿਹਾ ਕਿਤਾਬ ਤਾਂ ਹੁਣੇ ਛਾਪ ਕੇ ਆਇਆ ਤੇ ਵਧੀਆ ਪੰਜਾਬੀ ਕਿਵੇਂ ਬੋਲੀਏ ਤੇ ਸਿੱਖੀਏ ਇਸ ਤਰ੍ਹਾਂ ਦਾ ਵਧੀਆ ਪੰਜਾਬੀ। ਉਹ ਬਹੁਤ ਬਰੀਕੀਆਂ ਨੇ, ਨਿੱਕੇ ਨਿੱਕੇ ਸ਼ਬਦ ਨੇ, ਨਿੱਕੀਆਂ ਗੱਲਾਂ ਨੇ, ਪਰ ਉਹਦੇ ਨਾਲ ਅਰਥ ਬਦਲ ਜਾਂਦੇ ਨੇ। ਸੋਚ ਬਹੁਤ ਤੇ ਅੰਤਰ ਪੈ ਜਾਂਦਾ ਹੈ ਜੇ ਉਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਤਾਂ ਇੱਥੇ ਉਹ 1998 ਦੇ ਭਾਲ ਸਿੰਘ ਜੀ 1998 14 ਅਗਸਤ 1998 ਨੂੰ ਉਹ ਇੱਥੋਂ ਆਪਣਾ ਸਰੀਰ ਯਾਤਰਾ ਪੂਰੀ ਕਰ ਗਏ। ਅੱਜ ਨਾਮਦਾਰੀ ਪੰਜਾਬੀ ਸਾਹਿਤ ਸਭਾ ਹੈ, ਸ੍ਰੀ ਪੰਡਿਤ ਸਾਹਿਬ ਦੀ ਸਾਹਿਤ ਸਭਾ, ਇਹਦੇ ਉਹਨਾਂ ਦੀ ਯਾਦ 'ਚ ਇਹਦਾ ਵੱਡਾ ਸਨਮਾਨ ਕਰਨ ਦਾ ਜਿਹੜਾ ਹੁਕਮ ਕੀਤਾ ਹੈ, ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ। ਇੱਥੇ ਰਹਿੰਦਿਆਂ ਦੂਜਾ ਉਹਨਾਂ ਨੇ ਜਿਹੜਾ ਗੁਰਮੰਤਰ ਦਿੱਤਾ ਸਾਹਿਤ ਦਾ। ਆ ਜਿੰਨੀਆਂ ਵੀ ਤੁਹਾਡੀਆਂ ਸਾਹਿਤ ਸਭਾ ਤੁਸੀਂ ਇੱਥੇ ਸਾਰੇ ਬੈਠੇ ਹੋ, ਨੀਲੋਂ ਵਾਲੇ ਹੋਣ, ਮਾਛੀ ਵਾਲੇ ਹੋਣ, ਸਮਰਾਲੇ ਵਾਲੇ ਹੋਣ,
ਦੁਰਾਏ ਵਾਲੇ ਹੋਣ। ਇਹ ਸਭ ਸਹਿਜ ਸੁਭਾਵਾਂ ਉਹਨਾਂ ਦੇ ਇਰਦ ਗਿਰਦ ਕਦੀ ਇੱਥੇ ਕਦੀ ਉੱਥੇ ਇਕੱਠੀਆਂ ਹੁੰਦੀਆਂ ਤੇ ਉਹ ਵਿਆਖਿਆ ਕਰਦੇ ਨਵੇਂ ਲੇਖਕਾਂ ਨੂੰ ਹੋਰ ਵੱਧ ਉਤਸ਼ਾਹ ਕਰਕੇ ਵੱਧ ਊਰਜਾਵਾਨ ਕਰਕੇ ਭੇਜਦੇ ਜਿਹੜਾ ਵੀ ਉਹਨਾਂ ਦੀ ਸੰਗਤ ਤੇ ਆਉਂਦਾ। ਚੌਥਾ ਤੇ ਆਖਰੀ ਪਰ ਮਹੱਤਵਪੂਰਨ ਨਾਮ ਬੀਬੀ ਸੂਬਾ ਸੁਰਿੰਦਰ ਕੌਰ ਜੀ ਖਾੜੀ, ਜਿਨ੍ਹਾਂ ਦੀ ਯਾਦ ਵਿੱਚ ਅੱਜ ਤੁਸੀਂ ਆਪਣੇ ਸਹਿਕਾਰਾਂ ਨੂੰ ਸਨਮਾਨਿਤ ਕਰਨ ਦੀਆਂ ਖੁਸ਼ੀਆਂ ਲੈ ਰਹੇ ਹੋ। ਸੂਬਾ ਸੁਰਿੰਦਰ ਕੌਰ ਖਾੜੀ ਇੱਕ ਬਹੁਤ ਊਰਜਾਵਾਨ ਵਿਅਕਤੀਤਵ ਸੀ, ਲਗਾਤਾਰ ਸੰਘਰਸ਼ਸ਼ੀਲ, ਇੱਕ ਵਿਅਕਤੀ ਪਰਿਵਾਰ ਗ੍ਰਹਿਸਥ ਔਰ ਪੰਥਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਸਾਹਿਤ ਦੇ ਖੇਤਰ ਦੇ ਵਿੱਚ, ਇਤਿਹਾਸ ਦੇ ਖੇਤਰ ਦੇ ਵਿੱਚ ਕੀ ਕੁਝ ਕਰ ਸਕਦਾ ਹੈ, ਇਹਦੀ ਉਹ ਅਨੂਠੀ ਮਿਸਾਲ ਨੇ ਸੂਬਾ ਸੁਰਿੰਦਰ ਕੌਰ ਖਾੜੀ। ਕਵਿਤਾ ਉਹਨਾਂ ਦੀ ਪੜ੍ਹਨੀ ਹੋਵੇ ਤਾਂ ਬਖਸ਼ਿਸ਼ ਪੜ੍ਹ ਵੇਖਿਓ, ਤੂੰ ਹੀ ਤੂੰ ਪੜ੍ਹ ਵੇਖਿਓ, ਬਸਮਾਦੀ ਕਿਸਮ ਦੀ ਸੂਫੀ ਰੰਗ ਵਾਲੀ ਆਪਣੇ ਮੁਰਸ਼ਦ ਤੇ ਅਧੇਰ ਹੋ ਜਾਣ ਦੀ ਲੋਚਾ ਵਾਲੀ ਸ਼ਾਇਰੀ, ਇਹ ਉਹਨਾਂ ਦੀਆਂ ਪੁਸਤਕਾਂ ਤੋਂ ਉਹਦੇ ਚਰਕਾਰੇ ਪੈਂਦੇ ਨੇ। ਪੰਜਾਬੀ ਟ੍ਰਿਬਿਊਨ ਤੇ ਹੋਰ ਵੱਡੀਆਂ ਅਖਬਾਰਾਂ ਤੇ ਉਹਨਾਂ ਦੀ ਇਸ ਸ਼ਾਇਰੀ ਦੇ ਬਾਰੇ ਵੀ ਬੜੇ ਅੱਛੇ ਰਿਵਿਊ ਛਪਦੇ ਰਹੇ। ਵੱਡਾ ਕੰਮ ਜਿਹੜਾ ਸੂਬਾ ਜੀ ਕਰ ਗਿਆ, ਉਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਯੋਗਾ ਨੇ ਕਿਹਾ ਸੀ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਡਾ ਡੇਰਾ ਵੀ ਕੁੱਕਿਆਂ ਤੇ ਸ਼ਹੀਦ ਹੋਇਆ। ਲੋਕ ਭੁੱਲ ਗਏ, ਸ਼ਕਤੀ ਬਹੁਤ ਸੀ, ਉਹਨਾਂ ਨੂੰ ਯਾਦ ਕਰਨ ਦਾ ਵੀ ਖੌਫ ਸੀ, ਕੋਈ ਚੇਤੇ ਨਹੀਂ ਸੀ ਕਰਦਾ ਕਿ ਯਾਦ ਕੀਤਾ ਤੇ ਪਤਾ ਨਹੀਂ ਸਾਨੂੰ ਫੇਰ ਕੁਛ ਹੋਣਾ ਜਾਵੇ। ਉਹ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਅਤਾ ਪਤਾ ਪਿੰਡ ਪਿੰਡ ਜਾ ਕੇ ਲੱਭਣ ਨਾਲ ਆਪਣੇ ਜੀਵਨ ਸਾਥੀ ਭਗਵੰਤ ਸਿੰਘ ਨੂੰ ਲੈ ਕੇ ਸੂਬਾ ਜੀ ਬਰਨਾਲੇ ਦੇ ਕੋਲ ਭੈਣੀ ਭਰਾਣਾ ਪੈਂਦੇ ਇਹਨਾਂ ਦਾ। ਵੈਸੇ ਸੈਦੋ ਕੀ ਉਹਨਾਂ ਦੇ ਰਿਸ਼ਤੇ ਨਾਤੇਦਾਰ ਉੱਥੇ ਵੀ ਆਉਂ ਜਾਣ ਪਿਤਾ ਅਮਰੀਕਾ ਜਿਹੜਾ ਹਵਾਈ ਜਹਾਜ਼ਾਂ ਦੀ ਮੁਰੰਮਤ ਵਾਲੇ ਇੰਜੀਨੀਅਰ ਸਨ ਗੁਰਚਰਨ ਸਿੰਘ ਜੀ ਮੁੰਬਈ ਰਹਿੰਦੇ ਸੀ। ਬੀਬੀ ਦਾ ਜਨਮ ਵੀ ਉੱਥੇ ਹੋਇਆ। ਪਿਤਾ ਜੀ ਚਲਾਣੇ ਤੋਂ ਬਾਅਦ ਫਿਰ ਵਾਪਸ ਇੱਧਰ ਆ ਗਏ, ਬਰਨਾਲੇ ਰਹੇ, ਸੰਘਰਸ਼ ਕਰਦੇ ਪੜ੍ਹਾਈ ਕੀਤੀ, BA ਤੱਕ, ਫਿਰ MA ਕੀਤੀ ਇਤਿਹਾਸ ਦੀ, ਔਰ ਉਸ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਜੀ ਨੇ ਮਾਤਾ ਦੇ ਅੱਗੇ ਕਰ ਦਿੱਤੇ। ਸਰਦਾਰ ਕੇਰ ਸਿੰਘ ਰੋਪੜ ਦੇ ਨਾਮਧਾਰੀ ਇੰਜੀਨੀਅਰਿੰਗ ਵਰਕਸ ਵਾਲੇ ਸਨ, ਉਹਨਾਂ ਦੇ ਲੜਕੇ ਭਗਵੰਤ ਸਿੰਘ ਦੀ ਜੀਵਨ ਸਾਥ ਬਣਾਇਆ। ਉਹਦੇ ਤੋਂ ਇੱਕ ਲੜਕਾ ਇੱਕ ਲੜਕੀ, ਇਹ ਪਰਿਵਾਰ ਉਹਨਾਂ ਦਾ ਪਿਛਲੇ ਸਾਲ ਕੋਰੋਨਾ ਦੇ ਚਲੇ ਗਏ। ਕੋਈ ਨਹੀਂ ਸੀ ਸਾਡੇ ਤੋਂ ਕਿਸੇ ਕਿਆਸ ਹੀ ਨਹੀਂ ਸੀ ਕੀਤਾ ਕਿ ਸੂਬਾ ਸੁਰਿੰਦਰ ਕੌਰ BA ਦੀ ਛੇਤੀ ਚਲੇ ਜਾਣਗੇ। ਇੱਥੇ ਹਰਪਾਲ ਸਿੰਘ ਹੋਰਾਂ ਨੂੰ ਪਤਾ ਲੱਗਾ ਇਹਨਾਂ ਕਿਆ ਪਿੰਡ ਸਾਹਿਬ ਆ ਜਾਏ। ਇੱਥੇ ਵਾਤਾਵਰਨ ਖੁੱਲਾ ਡੁੱਲਾ ਹੈ, ਬਹੁਤ ਸਾਰੇ ਤਾਂ ਬੰਦ ਵਾਤਾਵਰਨ ਦਾ ਹੀ ਲੋਕ ਸ਼ਿਕਾਰ ਹੋ ਗਏ। ਜਦੋਂ SPS ਤੇ ਆਪਣੇ ਬਹੁਤ ਦੇਰ ਹੋ ਚੁੱਕੀ ਸੀ ਤਾਂ ਸੂਬਾ ਜੀ ਨੇ ਰਾਏਕੋਟ ਸਾਕਾ, ਅੰਮ੍ਰਿਤਸਰ ਸਾਕਾ ਔਰ ਸਾਕਾ ਮਲੇਰਕੋਟਲਾ, ਇਹਨਾਂ ਸ਼ਹੀਦਾਂ ਦੇ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਹੁਣ ਵਾਲੇ ਮੌਜੂਦ ਵਾਰਸ ਨੇ ਉਹਨਾਂ ਦੇ ਨਾਮ ਲੱਗੇ। ਸ਼ਹੀਦਾਂ ਦੀ ਬੰਸਾਵਲੀ ਲਿਖੀ, ਸਤਿਗੁਰੂ ਰਾਮ ਸਿੰਘ ਦੀ ਬੰਸਾਵਲੀ ਲਿਖੀ। ਹੁਣ ਤੱਕ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਪੁੱਤਰੀ ਬੀਬੀ ਨੰਦਾ, ਉਹਨਾਂ ਦਾ ਪਰਿਵਾਰ ਜਿੱਥੇ ਜਿਹੜੇ ਇਹ ਮਲੇਰਕੋਟਲੇ ਵਾਲੇ ਸ਼ਹੀਦਾਂ ਬਾਰੇ ਲੱਭਣਾ ਸਾਰਾ ਹੀ ਮਾਲਵਾ ਹੋਣਾ, ਰਾਮਪੁਰਾ ਫੂਲ ਤੋਂ ਲੈ ਕੇ ਤੁਹਾਡੇ ਪਾਇਲ ਤੱਕ, ਚਾਵਾ ਪਾਇਲ ਤੱਕ, ਇਸ ਪੱਟੀ ਦੇ ਉਹ ਸਾਰੇ ਕੋਟਾ ਸ਼ਹੀਦ ਸਨ। ਉਹਨਾਂ ਬਾਰੇ ਇਹ ਵੱਡਾ ਕੰਮ। ਇੱਕ ਫਿਰ ਉਹਨਾਂ ਨੇ ਉਹ ਜੀਵਨੀ ਲੇਖ ਵੀ ਸਨ। ਸਤਿਗੁਰੂ ਪ੍ਰਤਾਪ ਸਿੰਘ, ਮਹਾਰਾਣੀ ਗਿਰਦ ਕੌਰ, ਮਹਾਰਾਜਾ ਰਣਜੀਤ ਸਿੰਘ, ਕੁਲਪਾਲ ਜੀ ਦੀਆਂ ਪੁਸਤਕਾਂ ਨੇ। ਪ੍ਰਕਾਸ਼ ਪੁੰਜ 3 ਹਿੱਸਿਆਂ ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਦੀ ਬੜੀ ਸਾਹਿਤਕ ਅੰਦਾਜ਼ ਤੇ ਲਿਖੀ ਹੋਈ ਕਲਾਤਮਕ ਜੀਵਨੀ, ਇਹ ਵੀ ਉਹਨਾਂ ਦੇ ਵੱਡੇ ਕਾਰਜਾਂ ਤੋਂ ਜਿਹੜਾ ਜਾਂਦੇ ਜਾਂਦੇ ਕਾਰਗਰ ਪਟਿਆਲਾ ਕਾਲ ਉਕਿਆਂ ਦਾ ਅੰਗਰੇਜ਼ ਸਰਕਾਰ ਦਾ ਕਾਰਨ ਤੇ ਸਾਨੂੰ ਉਪਲਬਧ ਸੀ। ਨਾਰ ਸਿੰਘ ਹੋਰਾਂ ਨੇ ਛਪਾਇਆ ਸੀ 1965 ਤੱਕ, ਫਿਰ ਜਸਵਿੰਦਰ ਸਿੰਘ ਹੋਰਾਂ ਨੇ। ਪਰ ਪਟਿਆਲਾ ਦੇ ਆਸ ਪਾਲੇ ਵੀ ਕਹਿੰਦੇ ਨੇ ਟੂਕਿਆਂ ਬਾਰੇ
ये सारा ये फारसी ते उर्दू के सी, उर्दू अरबी लिपि के सी। एक पंजाबी का थोड़ा है बड़ा ते उठा काम पे लपना फिर थोड़ा नाकारी शहीदा दी प्रमाणिक सूची भी सानू उन्हां ते उपलब्ध नहीं हुई जिन्हां के तक बीबी खरस पटियाले वाली सूची हासिल नहीं कर सके। इसलिए उन्हां दे इस कार्य ते भी सिर ढोदा अज दिने सरकार को इस सम्मान के नाल इत्थे सम्मानित किया जाना है। मैं उन्हां सारिਆਂ ਨੂੰ ਵਧਾਈਆਂ शुभकामनावां पेश करदा होया इस आस नाल कि ਉਹ अपनी कर्म ਨੂੰ ਹੋਰ उत्कृष्ट देणगे ताकि ये अपने आले दुआले अपने इस समय के साथ दे नाल जोड़न एक बेहतर जिंदगी वास्ते जे जिहड़ा लगातार संघर्ष रहंदा ਉਹਦੇ हिस्सेदार बनना समय की गुस्ताखी वास्ते फिर क्षमा मंगना। धन्यवाद। बहुत बहुत धन्यवाद। बहुत विस्तार के नाल आपने ने चारे मुसीबतों बारे दसिया। असी आप जी का दिल तो धन्यवाद करते हैं। बहुत बहुत धन्यवाद। प्रोफेसर कृपाल सिंह सेठ पुरस्कार जो पाजी खातून जी को दिता जाना है उन्होंने सम्मान पत्र गुरुदेव विद्यार्थी पढ़ के मैं बेनती करांगा मास्टर विदेव सिंह विद्यार्थियों से सम्मान पत्र। सतपाल कवि जनों सारे श्री अकाल वाहिगुरू जी का खालसा वाहिगुरू जी की फतेह। अज असी पंजाबी सह सभा श्री भैन साहब के सालाना सन्मान शामिल होए। मेरे हुक्म होया कि मेरे छोटे भी वाली फादम का जो सन्मान पत्र पढ़े जाए। तो पहले सन्मान पत्र पढ़ा उसको बाद में वाले सन्मान पत्र गजल को वाली फादम का जन्म सरदार भुपिंदर सिंह जी के घर माता जसवीर कौर जी के हुक्मों शहर मंडी अहमदगढ़ जिला मलेरकोटला में हुआ। आप जी का पूरा नाम अमरपाल सिंह के शहर नाम काली फादम। आप जी की विजय योग्यता BA BDCA MSc IT MA पंजाबी है। आप जी दियां पुस्तकां तीन पुस्तकां चुकियां ने स्वै दी तस्दीक साडी किताब और एक बार नाम है जद छप चुकियां ने असीं पढ़ियां ने। इस दे नाल ही पाली फादम जी सरकारी सीनियर सेकेंडरी स्कूल छपाल के कंप्यूटर दे रहा बड़े वधिया ने अपने सौन महाराज ने शिक्षा विभाग वालों आप जी को 2020 से 21 का स्टेट अवार्ड दिता। आप जी पंजाबी सभ्याचार सेवा बहुत लगना कर रहे हैं। पंजाब के तकरीबन सारे लोक साज जिमें हरकुते घट कूंबी ढोलकी मुक्तू बड़ा आदि बुझा जाए। भंगड़ा गिद्धा झूमर झुआ संधी आदि पंजाब के लोक नाचां का ज्ञान रखते हैं। आप जी की पंजाबी रंगमंच नाल जुड़े हैं। इस तहत आप जी ने जलंधर दूरदर्शन तो चाहते प्रोग्राम निष्कारा किता में दूरी नहीं नाटक करवाई। आप पंजाबी यूनिवर्सिटी लोक साजा बोर्ड पंजाबी सह सभा श्री भैन साहब आप जी इन्होंने प्राप्तियों देखते हुए आप जी प्रोफेसर कृपाल सिंह सेठ पुरस्कार बाबा देवा सिंह सरदार सिंह जागृत सरदार सुखबीर सिंह माली और सरस्वती सिंह लैंड के प्रमुख तौर पर पेश करके मान करती है। जिसके नाम ही विश्व शिक्षा अकादमी वालों भी पाली फादम की बहुत बहुत मुबारक ये नाम एक मुबारक जय नमन। मेरे छोटे भी पाली फादम जी काफी समय जुड़े हुए पैर पहुंच रहे हैं। इन्होंने जीवन बारे जो लिखते हैं जिस तरह दिखाया मैं थोड़ा जहा अमृत वेले अमृत रचा अमृत बाणी पढ़ता था।
नाम है अमृत पासी का अमृत वेले अमृत दाता अमृत वाणी अमृत साधन बेवजन वजन रास्ता गहरा तेरे नड़ता नेक मशवरे सब दिंदा तकबीर नाना मरदा साधन बड़े गए तीर दिंदा चुन कुटे रहता कूड़ा हेरा दूर करने बड़े करदा साधन मोया देवी आंसर होंदा ऐसे क्या करदा साधन कदे ना हाथ चले करदा जिसने जीवन करदा साधन वो दुनिया का भला आवे ना देख करदा वो दुनिया का भला आवे ना देख से करदा साधन दोस्ती रिश्ते पूर्ण आवे वहाँ पर आवा साधन सच कंगाली सच कंगाली सच सुनावे सच दिखाकर लड़दा साधन सच दिखाकर लड़दा साधन अमृत वेले अमृत दाता अमृत वाणी पढ़ता बहुत धन्यवाद जी ते सम्मान पत्र में बेनती करांगा कि सारे दिते हुए ने ते कोशिश करियो कि ਉਹਦੇ ਤੋਂ ਆਪਾਂ ਟਾਈਮ ਜ਼ਿਆਦਾ ਨਾ ਮੈਂ ਹੁਣ ਬੇਨਤੀ ਕਰਾਂਗਾ ਵਾਲੀ ਗੱਲ ਵੀ ਤੁਸੀਂ ਉਸ ਇੱਥੇ ਹੋ ਤੇ ਆਪਣਾ प्रधानगी नगर सोबत तेलवान महाराजी संगरामपुरी सुबन सिंह गढ़करी शेख हुसैन सिंह हालवी मैनू इस गल की खुशी हो रही कि पंजाबी फैसला श्री पैंसा वालों जो सम्मान मनदीप रैना जी को दिता जाना वो सम्मान पत्र पढ़न सिर्फ अद्धे मिनट लिए इन्ना दसना चाहूँगा कि कुछ लोग लिखते हैं कुछ लिखण को जिउंदे ने उन्होंने मनदीप डरियाना जी एक ने जिन्होंने किसान संघर्ष के लगातार पहले दिन तो लैके आखिरी दिन समान समेटन तक अपने साथी जिन्होंने नाल आए डरियाना उन्होंने नाल किसानी संघर्ष जी रहा सच्ची मुची सम्मान पंजाबी साहित्यकार श्री भैनी साहब मिस्टर लुधियाना चर्चित कहानीकार मनदीप डरियाना कहानीकार मनदीप डरियाना का जन्म सरदार सुखजीत सिंह के घर माता जसवीर कौर के पिछों पिंड डरियाना जिला फतेहगढ़ साहब विखे होया बचपन में पढ़ाई पिंड के प्राइमरी स्कूल विखे की आप जी की विधिक योग्यता MA B.Ed उर्दू अमोज है आप जी की पुस्तक जिद जुड़ने करने कहानी स्मैल सक चुकी है पाठकों को चंगा हंगारा प्राप्त कर चुकी है आप जी की कहानी पेटियां की कैंट के फिल्म पेटियां की फुक बन चुकी है कहानी चिट्टी मुक्की का भी चिट्टी मुक्की के भी फिल्म बन चुकी है पंजाबी के लगभग सारे अखबार मैगजीनों में कहानियां छप चुकी हैं छप रही हैं आप जी इन्होंने योगतावां वेखदियां पंजाबी फैसला श्री भैनी साहब आप जी इंदर सिंह चक्रवर्ती पुरस्कार जो कि कवि महादेव सिंह चुन्नी के सरदार हरदेव सिंह तनू की याद में कवि सुखदेव सिंह चुन्नी संपादक विरासत मैगजीन कवित्री राजेंद्र कौर तनू जी के समूह परिवार वालों कैद करके मान महसूस करती है गुरसेवक सिंह के नौ प्रधान मिति 27/3/2022 जगवीर सिंह बेटी इंस्पेक्टर पंजाबी फैसला श्री भैनी मेरे वालों भी पंजाबी फैसला अकादमी लुधियाना एक पंजाबी लेख सभा वालों भी मनदीप डरियाना ने हार्दिक मुबारक बहुत बहुत धन्यवाद मैं बेनती करांगा मनदीपा जी ये अपना सम्मान प्राप्त कर और तीसरा सम्मान श्री सुरजीत प्रसिद्धि पुरस्कार जो सुखविंदर सिंह जी को दिता जाना है उन्होंने का सम्मान पत्र धन्यवाद सराय जी पढ़ के कृपा करके उस स्टेज पे वहाँ से सम्मान पत्र मेरे को आप वालों सभी का हुक्म होया सम्मान पत्र पढ़ने का ऊपर का गीतकार सुखविंदर सिंह स्नेह का जन्म
पिता पवित्र सिंह के घर माता गुरदेव कौर जी को पिंड रूड़े के कलां जिला बरनाला होया। आप जी ने मुंडली पढ़ाई पिंड रूड़े के कलां में की। 6वीं ਤੋਂ 12वीं तक पढ़ाई आप जी ने सीनियर सेकेंडरी स्कूल श्री भैनीवाल में प्राप्त की। आप जी ने शायद पढ़ने लिखने की जेठ श्री भैनी पंजाबी साहित्य सभा को नामधारी निवास में लगी। कीर्तन करना शायद पढ़ना लिखना आप जी का शौक है। आप जी की पुस्तक चानन सिंह के बोल सब की है। शीर प्रकाश सिंह सभा का प्रधानी बादे विराज नानक नूर आप जी के साझे काल संग्रह हैं। कीर्तन के बोल पीड़ियां गिरे आईया तुरिया जावे गड्ढा आदि गीत अपनी आवाज से काट के गा चुके हैं। पंजाबी साहित्य सभा की भैनीसार आप जी दियां इन्हां योगतावां नूं देखते हुए श्री प्रदीप कुटी जी पुरस्कार बापू गुरदेव सिंह माता गुरदियाल कौर ते सरदार परमजीत सिंह मैरी की याद विच मास्टर तेरू राम पसाड़ा जी ਅਤੇ ਸਰਦਾਰ ਮਨਜੀਤ ਸਿੰਘ ਰਾਏ ਦੇ ਸਮੂਹ ਪਰਿਵਾਰ ਵੱਲੋਂ ਭੇਂਟ ਕਰਦੇ ਹੋਏ ਮਾਣ ਮਹਿਸੂਸ ਕਰਦੀ ਹੈ। ਮੀਟਿੰਗ 27/3/2022 ਕਿਸਾਨ ਸਾਹਿਬ ਗੁਰਦੇਵ ਸਿੰਘ ਢਿੱਲੋਂ ਪੰਜਾਬੀ ਸਾਹਿਤ ਸਭਾ ਦੀ ਭੇਂਟ ਹੈ। ਪੱਤਰ ਜੀਤ ਗੁਰਜੀਤ ਜੀ ਪੜ੍ਹ ਕੇ ਮੈਂ ਬੇਨਤੀ ਕਰਾਂਗਾ ਜੀਤ ਗੁਰਜੀਤ ਜੀ ਕਿ ਉਹ ਸਟੇਜ ਤੇ ਆਓ ਤੇ ਸਨਮਾਨ ਪੱਤਰ ਪੜ੍ਹੋ। आप सब लोगों प्यार भरी सत श्री अकाल जी। सन्मान पत्र कुलदीप कौर चट्ठा। कवित्री कुलदीप कौर चट्ठा का जन्म जरनैल सिंह चट्ठा के घर माता चरणजीत कौर की कुखों पिंड सरलगड़ी में होया। आप जी ने 10वीं तक पढ़ाई पिंड बीबी कोटो की। 12वीं तो BA तक की पढ़ाई सौरे परिवार में की। आप जी को लिखने का शौक बचपन तो ही सी। 8वीं 9वीं जमात में पढ़दे आप जी ने कविता लिखनी शुरू कर दी थी। चर्चित मैगजीनों में आप जी दी रचनावां छपियां हैं। पंजाब के कई अखबारों में आप जी दी लिखतां छप चुकियां हैं। बूटा सिंह चौहान आप जी के उस्ताद हैं। आप जी दी 2 बाल पुस्तकां 2011 में ते गजल संग्रह अर्थां दे दीप 2013 में छपियां हैं। आप जी की नवी पुस्तक कुछ रंग मेले की छपी है जिसनों पंजाबी साहित्य सभा श्री भैनीसार ने अर्पण किया है। पंजाबी साहित्य सभा श्री भैनीसार आप जी सूबा सुरेंद्र कौर खरड़ पुरस्कार सरदार बलजिंदर सिंह और गुरबचन सिंह जी की याद में सरदार हरप्रीत सिंह हैप्पी संत सिंह संधू शहनवाज के समूह परिवार वालों भेंट करके माण महसूस किया। धन्यवाद। ਇੱਥੇ ਨੈਗੇਟਿਵਿਟੀ ਵੀ ਲਿਆਉਣਾ ਭਾਵੇਂ ਕਿ ਇਨਾਮ ਪੋਜ਼ਿਟਿਵਿਟੀ ਦਿੰਦੇ ਨੇ, ਤੁਹਾਡੀ ਹੱਲਾਸ਼ੇਰੀ ਦਿੰਦੇ ਨੇ, ਤੁਹਾਨੂੰ ਥਾਪੀ ਦਿੰਦੇ ਨੇ, ਤੁਹਾਡਾ ਹੌਸਲਾ ਵਧਾਉਂਦੇ ਨੇ, ਪਰ ਕਈ ਵਾਰ ਅਸੀਂ ਇਨਾਮਾਂ ਨੂੰ ਦੂਸਰੇ ਪੱਖ ਤੋਂ ਦੇਖਦੇ ਹਾਂ। ਸਾਨੂੰ ਜਦੋਂ ਕੋਈ ਹਾਕ ਮਾਰ ਦਿੰਦਾ ਅਸੀਂ ਉਸ ਲੀਗ ਤੋਂ ਬਾਹਰ ਹੋ ਜਾਂਦੇ। ਸੋ ਸਾਹਿਤਕਾਰ ਦੋਸਤਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਆਪਾਂ ਸਾਰੇ ਭਾਵੇਂ ਕਿ ਮੈਨੂੰ ਯਕੀਨ ਆ ਕਿ ਇਹ ਸਾਹਿਤ ਸਭਾ ਜੋ ਵੀ ਚੋਣ ਕਰਦੀ ਆ ਹਲੇ ਮੈਂ ਤਾਂ ਹਲੇ ਤੁਰ ਨਹੀਂ ਲੱਗਿਆ, ਜਿੰਨੀ ਵੀ ਚੋਣ ਕਰਦੀ ਆ ਉਹ ਬਹੁਤ ਹੀ ਵਧੀਆ ਔਰ ਆਪਣੀ ਸਾਰੀ ਗੱਲਬਾਤ ਕਰਕੇ ਔਰ ਬੜੇ ਸੰਜੀਦਾ ਢੰਗ ਦੇ ਨਾਲ ਇਹ ਇਨਾਮ ਦਿੰਦੇ ਨੇ। ਪਰ ਮੈਨੂੰ ਲੱਗਦਾ ਵੀ ਜਿਹੜੇ ਇਨਾਮ ਆ ਉਹ 60 ਸਾਲ ਤੱਕ ਦੀ ਉਮਰ ਦੇ ਵਿੱਚ ਦਿੱਤੇ ਜਾਣੇ ਚਾਹੀਦੇ ਨੇ, ਤਾਂ ਜੋ ਉਦੋਂ ਜਦੋਂ ਅਮਾਉਂਟ ਮਿਲਦੀ ਆ ਉਦੋਂ ਬੰਦਾ ਵਿਹਲਾ ਵੀ ਹੁੰਦਾ ਔਰ ਉਹ ਪੈਸੇ ਜਿਹੜੇ ਉਹਦੇ ਕੰਮ ਵੀ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਧੰਨਵਾਦ ਜੀ। ਹੁਣ ਮੈਂ ਬੇਨਤੀ ਕਰਾਂਗਾ ਮਨਦੀਪ ਜੜਿਆਲਾ ਭਾਜੀ ਨੂੰ ਕਿ ਉਹ ਆਪਣੇ ਵਿਚਾਰ ਕਰਨਾ ਸਾਂਝੇ ਕਰ। ਮਨਦੀਪ ਜੜਿਆਲਾ। मंच से हाजिर साढ़े बहुत ही सत्कारयोग सिंधर रामपुरी जी, कांग्रेस पालपुर जी बेसकर कोहाड़ा जी के प्रधान ढिल्लों साहब हाजिर समूह साहित्यकार साथियों मेरी प्यार भरी सत श्री अकाल।
मैं बहुत धन्यवादी हाँ सैयद सभा भैणी साहब का जिन्होंने मैंने ये योग समझा। जबकि मैं तो अजे होर तो देखा नहीं, तो मैं कोशिश करूँगा भी इन्होंने दिते हौसले ते चल के अगे वधिया दे सकां। भैणी साहब के सन्मान तो होना मेरे लिए होर भी खास बन जाता, क्योंकि भैणी साहब का इतिहास जिहड़ा मतलब असीं साडे जेहदियां च पिया है कि आज़ादी की लड़ाई के समय जिवें 1872 दिमाग घुम जाता कि किवें सूरमे ऐसे धरती तो जाके तोपां दे के बढ़ जाते हैं, वो छोटे छोटे मतलब किशन सिंह बरियाम सिंह दिमाग घुम जाते हैं। ये मेरे लिए बहुत ही माण वाली गल है कि मैनूं यही जी धरती से ये मान सम्मान लैण का भाग प्राप्त होया। बस मैं तो इन्ना ही कह सकता ही धन्यवाद। जरा स्टेज कि वो स्टेज से हम अपने विचार अपने शब्द साढ़े सामने रखा विंदर सुने सब को पहला तो मैं शुक्रिया अदा करना जो भी है उन्होंने मेरे उस कार्य समझा। बाकी जो थोड़े शब्द होंगे हर एक वास्ते नगर वास्ते जी थोड़ी दात होंगी वो मेरे वास्ते सम्मान वो मैं साथ बैठे ने इन्होंने दर्शन नामधारी दरबार के गुरु इन सब तुम्हें मेरे वास्ते भी सम्मान या मैं रिश्तेदारी हो गई इन्होंने दर्शन। तो मेरी यह जिम्मेदारी का नहीं कि आज जिम्मेदार हम पहले ही हैं, ये सम्मान देकर मैं और भी बढ़िया लगा उधर ऑलरेडी मैं पता नहीं कोशिश करना भी लिखी जा रहा है। और मेरी कोशिश यही रहेगी कि मैं लोगों के साथ साढ़े बड़े लाए लोग समस्या देता ज़्यादा गला में करता था। शुक्रिया प्रधान जी का अनुसार बैठने ने जोड़े बहुत लंबे समय को प्रोत्साहित करते आ रहे हैं। बनाने वाले तकरीबन सारे नाम जाती रहे भाई आप मुड़े के नाम आए कामरेड अजमेर अपनी है जी जोड़े लोग बुलाने बहुत वधिया गए कामरेड चल सिंह जी करते मेरा बेटा वो मैं ज़्यादा ना करना चाहते गदर के चंद शेर अपने आशीर का के कई दहली जाते रोए रोटी लई जेड़े बाहर खड़े कई दहली जाते रोए रोटी लई जेड़े बाहर खड़े चेते चों बाहर न होए रोटी लई जेड़े बाहर खड़े चेते चों बाहर न होए रोटी लई जेड़े बाहर खड़े दुनिया सी मस्त मगन यारो उन्हां दे चेहरे उतरे सी दुनिया सी मस्त मगन यारो उन्हां दे चेहरे उतरे सी उन्हां दे चेहरे उतरे सी लगदे सी खोए खोए रोटी लई जेड़े बाहर खड़े चेते चों बाहर न होए रोटी लई जेड़े बाहर खड़े कोई चीज चुरा के ले जाएंगे जग फिक्का बोले नानू कोई चीज चुरा के ले जाएंगे जग फिक्का बोले नानू जग फिक्का बोले नानू ना कहे किसे नू होए रोटी लई जेड़े बाहर खड़े चेते चों बाहर न होए रोटी लई
इत्थे मिलण पदार्थ कुत्तियां नूं, किरती नूं बुरगी मिलदी ना। इत्थे मिलण पदार्थ कुत्तियां नूं, किरती नूं बुरगी मिलदी ना। किरती नूं बुरगी मिलदी ना। सुनदे ने टोए टोए रोटी लई जेड़े बाहर खड़े। सुनदे ने टोए टोए रोटी लई जेड़े बाहर खड़े। चेते चों बाहर न होए रोटी लई जेड़े बाहर खड़े। कोई इन्हां दा मूंह चुम्मे ना, कदों हारा लड़ियां नूं पाउंदे। कोई इन्हां दा मूंह चुम्मे ना, कदों हारा लड़ियां नूं पाउंदे। कदों हारा लड़ियां नूं पाउंदे। फुल मिथे बेपरोए रोटी लई जेड़े बाहर खड़े। चेते चों बाहर न होए रोटी लई जेड़े बाहर खड़े। इन्हां नूं कदों सने मिलू जो शूदर कहके पंड दिते। इन्हां नूं कदों सने मिलू जो शूदर कहके पंड दिते। जो शूदर कहके पंड दिते। कद तक ए रैण धलोए रोटी लई जेड़े बाहर खड़े। चेते चों बाहर न होए रोटी लई जेड़े बाहर खड़े। के मनते अपने सामने बैठे लेखन पढ़ने वाले सारे वीरां नूं प्यार भरी सत श्री अकाल। मैं की कहूं क्योंकि ना कोई मेरिया प्राप्तियां ते मैं नाम ही सच ले कुछ कीता, पर फिर भी भैनी सभा सह सभा की जी ये देख रहे कि सानू फिर भी सन्मान कर रहे हैं। ये दिलों धन्यवाद ही कर रहे हैं। एक गल जो मैं महसूस की थी, मैं बहुता सभावां नहीं देख रही जिन्ना बीती हाँ। भैनी साहब सह सभा दी 3-4 मीटिंगां मैं अटेंड कीतियां ने। उहदे अनुसार मैं कहना चाहांगी कि जो निश्चलता या निरोधता मैं भैनी साहब सह सभा च देखी या जो शांति वो किसी सह सभा च नहीं देखी। सो मैं इन्हां बहुत बहुत बधाई देवांगी इन्नी वधिया सह सभा बनाने चलाने ते सालाना जिहड़े समारोह बचा के ये साडे वर्गे निमाणियां नूं माण बख्शते ने ते दिलों धन्नवाद करदी हां जी। बहुता कुछ ना कहती हुई मैं सारिਆਂ ਨੂੰ सत श्री अकाल। धन्यवाद। ਸਾਡੇ ਵਿੱਚ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਇੱਥੇ ਵਿਰਾਜਮਾਨ ਹਨ। ਤਕਰੀਬਨ ਜਿੰਨੇ ਵੀ ਕੁਰਸੀਆਂ ਤੇ ਸਹਿਕਾਰ ਬੈਠੇ ਹਨ, ਮੈਨੂੰ ਕਿਸੇ ਦਾ ਨਾਮ ਦੇਖ ਕੇ ਬੋਲਣ ਦੀ ਲੋੜ ਨਹੀਂ ਹੈ। ਮੈਨੂੰ ਤਕਰੀਬਨ ਸਾਰਿਆਂ ਦੇ ਨਾਮ ਜ਼ੁਬਾਨੀ ਯਾਦ ਹਨ। ਇਹ ਸਾਰੀ ਤੁਹਾਡੀ ਪਿਆਰ ਮੁਹੱਬਤ ਹੈ। ਅੱਜ ਜਿਹੜੇ ਸਨਮਾਨ ਕੀਤੇ ਗਏ ਹਨ ਉਹ ਸਨਮਾਨ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੋ ਸਕੇ ਹਨ। ਸਾਡਾ ਕੱਲਿਆਂ ਦਾ ਕੁਛ ਵੀ ਕਰ ਪਾਉਣਾ ਇਹ ਨਾਮੁਮਕਿਨ ਹੈ। ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਜਿੰਦਰ ਸਿੰਘ ਚੱਕਰਵਰਤੀ ਪੁਰਸਕਾਰ ਜਿਹੜਾ ਦਿੱਤਾ ਗਿਆ ਕਵੀ ਮੁਖਦੇਵ ਸਿੰਘ ਬਿੱਟੂ ਚੁੰਨੀ ਤੇ ਹਰਦੇਵ ਸਿੰਘ ਪੰਨੂ ਜੀ, ਜਿਹੜੇ ਰਜਿੰਦਰ ਕੌਰ ਪੰਨੂ ਜੀ ਇੱਥੇ ਬੈਠੇ ਹਨ ਉਹਨਾਂ ਦੇ 16 ਸਾਲ ਸਾਨੂੰ ਉਹਨਾਂ ਦੀ ਯਾਦ ਦੇ ਵਿੱਚ ਦਿੱਤਾ ਗਿਆ। ਬਾਪੂ ਗੁਰਦੇਵ ਸਿੰਘ, ਮਾਤਾ ਗੁਰਦਿਆਲ ਕੌਰ ਜੀ ਤੇ ਪਰਮਜੀਤ ਸਿੰਘ ਹੈਰੀ ਜੋ ਸਾਡਾ ਬੇਟਾ ਪੜ੍ਹਾਈ ਕਰ ਗਿਆ ਸੀ ਉਹਨਾਂ ਦੀ ਯਾਦ ਦੇ ਵਿੱਚ ਦਿੱਤਾ ਗਿਆ। ਮਾਤਾ ਤੇਜੂ ਰਾਮ ਜੀ ਵੱਲੋਂ ਤੇ ਮਨਜੀਤ ਸਿੰਘ ਰਾਏ ਜੀ ਦਾ ਪਰਿਵਾਰ ਤੇ ਸ਼ੋਭਤ ਹੈ। ਹੋਰ ਵੀ ਜਿਹੜੇ ਸਨਮਾਨ ਹਨ, ਇੱਕ ਸਨਮਾਨ ਦਿੱਤਾ ਗਿਆ ਹੈ ਬਾਪੂ ਦੇਵਾ ਸਿੰਘ ਜੀ ਦੀ ਯਾਦ ਵਿੱਚ। ਬਾਪੂ ਦੇਵਾ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਕੋਲ ਸਾਰੇ ਸਿੱਖ ਸਨ। ਸਤਿਗੁਰੂ ਜਗਜੀਤ ਸਿੰਘ ਫਕੀਰ ਦਾ ਪ੍ਰੇਮ ਰੱਖਣ ਵਾਲੇ ਬਾਬਾ ਜੀ ਹਿਰਦੇ ਵਿੱਚ ਸਮਾਜ ਸੇਵਾ ਦੀ ਚਾਹਤ ਰੱਖਣ ਵਾਲੇ ਸਨ।
बाबा जी भावें जिंदगी का काफी हिस्सा कलकत्ते रहे पर अपनी जड़ पिंड श्री भैणी साहब नाल हमेशा जुड़ के रहे। कलकत्ते रहिंदियां भी नगर की वर सेवा निभाउण की चाहत बाबा जी के सुभाਅ विच सी। 1956 ईस्वी में भैणी साहब पिंड स्कूल टोभे वाला जो रानियां दे राह उत्ते है पिंड दे अपने साथियां नाल रह के स्कूल पढ़ाउण विच बाबा जी ने बहुत बड़ी सेवा निभाई। भैणी साहब ने नौजवानों को पिंड के कामां लई हमेशा हदायतगिरी दिंदे रहे। लड़कियों को सिखलाई लई सिलाई सेंटर खुलवाउण विच भी वध चढ़ के उपराला कीता। ये जिहड़ा बाबा देवा सिंह जी का पुरस्कार उन्हां दी याद दे विच दित्ता गया। ਉਹ ਉਹਨਾਂ ਦੇ ਪਰਿਵਾਰ ਵੱਲੋਂ ਸੁਖਬੀਰ ਸਿੰਘ ਜੀ ਮੋਹਾਲੀ ਉਹਨਾਂ ਦੇ ਬੇਟਾ ਸਰਬਜੀਤ ਸਿੰਘ ਸਾਡੇ ਸਾਹਮਣੇ ਬੈਠੇ ਹਨ। ਇਹਨਾਂ ਦੇ ਪਰਿਵਾਰ ਵੱਲੋਂ ਇਹ ਦਿੱਤਾ ਗਿਆ ਹੈ। ਹੁਣ ਮੈਂ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸਵਰਨ ਸਿੰਘ ਜੀ ਵਿਰਕ ਉਹਨਾਂ ਬਾਰੇ ਵਾਰਕ ਦੇ ਵਿੱਚ ਤਾਂ ਕੁਛ ਨਹੀਂ ਲਿਖਿਆ। ਮੈਂ ਬੈਂਕ ਦੇ ਵਿੱਚ ਵਿਸ਼ਰੀ ਦੇ ਵਿੱਚ ਜਿਹੜਾ ਬੈਂਕ ਛੰਦ ਬਹੁਤ ਮਸ਼ਹੂਰ ਮੰਨਿਆ ਜਾਂਦਾ ਉਹਦੇ ਵਿੱਚ ਮੈਂ ਕੁਛ ਲੈਣਾ ਲੈ ਕੇ ਇਹਨਾਂ ਨੂੰ अपना अपने दिल के एक संवेदना प्राप्त करने का यतन किया। पंजाबी साहित्य सभा श्री भैणी साहब रज लुधियाना विशेष सम्मान। सरदार स्वर्ण सिंह विरक दे क्या कहने, सरदार स्वर्ण सिंह विरक दे क्या कहने, जदों बोलदा फिजा विच रस घोले, इहदी डूंगी तकरीर विच तर्क ऐसा, कविता लेख कहानी दे राज खोले, मिश्री वर्गे ने मिठड़े बोल किसदे, मिश्री वर्गे ने मिठड़े बोल किसदे, जिवें मोर बोले जिवें कोयल बोले, चुप्पी ज्ञान दे सागर विच मार ऐसी, शब्दां रूपी ओ कीमती मोती टोले, जुगो जुग जीवे, जुगो जुग जीवे होवे उमर लम्मी, सानू साहित्य दे भेद के दसदा रहे। सरदार स्वर्ण सिंह विरक अनमोल हीरा सदा हसदा रहे, सदा वसदा रहे, सदा हसदा रहे, सदा वसदा रहे। ये मैं कुछ शब्दां राही इन्हां नूं हकीकत अपने मन दी भेट कीती है। अगला प्रोग्राम धर्म सिंह होनी दस। बहुत बहुत धन्यवाद जी। और मैं बेनती करांगा पंजाबी साहित्य सभा श्री भैणी साहब के मैंबर साहबान जी राम जी सिंह जी रामपुरा साहित्य सभा बहुत सारे बहुत खुशी हुई कि हर साल मेरा सम्मान समारोह किया जाता है। इस बारे जिन्होंने सज्जना के नाम से सम्मान किए गए हैं बड़िया हस्तियां उन्होंने याद किया गया। बहुत ही चंगा हुक्म है। अज के समय इस तरह के दौड़ भज के समय ये साहित्य सभावां ने जिहड़ियां मां बोली वास्ते साहित्य वास्ते अपने सभ्याचार वास्ते सुचेत नहीं थे। इतों खुद मिलते उठ गए वेग आउंदे जुड़ गए फिर भी हम कल इतों किते हो जाणदे मसले ये पंजाब साडा खाली होया। जिहड़े गरीब ने वो ते अपनियां छोटियां मोटियां प्रॉपर्टियां बेच के कर्जा चुक के बाहर भज रहे हैं। इस करके कि उन्होंने जिंदगी का इतने कोई आसरा नहीं जापता ते जेड़े सादे मुद्दे ने वो इस करके बेच के जा रहे हैं कि जीवन जो घर नहीं छड्डिया साडियां सरकारां ने साडे वातावरण ने साडे माहौल ने ते साहित्य का भाव सिर्फ एक रोचक कहानियां नावल अते कविता लिखना नहीं चाहिए। साहित्य का मकसद चाहिए कि अज के समय जो कुछ हो रहा है ਉਹਦੇ ਵਿੱਚ ਸਿੱਧੇ ਤੌਰ ਤੇ ਜਿਹੜੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਨੇ ਜਿਹੜੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਣਾ ਚਾਹੁੰਦੇ ਨੇ ਜਿਹੜੀਆਂ ਸਰਕਾਰਾਂ ਜਿਹੜੀਆਂ ਵੀ ਪਾਰਟੀਆਂ ਅੱਜ ਪੂਰੀ ਦੀ ਪੂਰੀ ਤਰ੍ਹਾਂ ਅਸੀਂ ਕਿਸੇ ਤੇ ਵੀ ਹੱਥ ਕਰਕੇ ਕਹਿ ਸਕਦੇ ਕਿ ਇਹ ਪਾਰਟੀ ਜਾਂ ਇਹ ਜਿਹੜੇ ਨੇਤਾ ਨੇ ਸਾਰੇ ਦੇ ਸਾਰੇ ਨੇਕ ਨੀਤ ਨਾਲ ਸਮਾਜ ਵਾਸਤੇ ਸੋਚਦੇ ਤੇ ਕਰਦੇ ਸਾਰੀਆਂ ਪਾਰਟੀਆਂ पूरा इकट्ठा करके बाकी पार्टियों का ठीक रूप से काम कर रही हैं। गए गुजरे समय में मैं बहुत ही लंबी गल नहीं करनी संक्षेप दसदा कि एक साडे सज्जन ने गुरमत सिंह ड्राइवर ने सतपीर के जूरी ड्राइवर ने वो किसी वर्कशॉप सज्जन को मिले वो किसी मंत्री का ड्राइवर
वो कहता कि कोई होर दस ड्राइवरी का तो भी एक बड़ी वड्डी जिम्मेवारी होंगी है किसी वड्डी हस्ती नूं लैके गड्डी चलाउणी। वो कहता भारत विच साडे देश विच गड्डी चलाउण दा इक्को ही गुर है, मान के चलो मेरे खब्बे सज्जे अगे पिछे सारे मूर्ख ने, इन्हां मूर्खां तो मैं अपनी गड्डी चलाऊं। अज साडे समाज का ये हाल हो चुका है, विशेष करके मैं समझदा कि साडे भारत का ते उदों गां वध तो वध नशे उस धरती ते जिहड़ी गुरुआं पीरां दी नवाजी धरती गुरु गोबिंद सिंह मार्ग होवे ते हर 2-3 किलोमीटर ते ठेका हो ते हर एक सरकार अपना रेवेन्यू बढ़ाउण लई वध तो वध शराब बेचे। बाकी नशिਆਂ ਦੇ ਨਾਂ ਤੇ जो वोटां लगे कि ਅਸੀਂ नशे हटावांगे पर शराब वध करके पैसे लवांगे ਜਿਹਦਾ ਕੋਈ ਨਾਂ ਫਸਣਾ नहीं। ਕਿਹੜਾ ਮਸਲਾ ਹੈ, ਕਿਹੜੀ ਥਾਂ ਤੇ ਹੈ, ਕਿਹੜੀ ਕਿਸਾਨੀ ਦਾ ਮਸਲਾ ਜਾਂ ਕਿਹੜਾ ਹੈ, ਤੇ ਜਾ ਕੇ ਉਹਨਾਂ ਨੂੰ ਉਹਨਾਂ ਦੀ ਕਿਰਤ ਦਾ ਠੀਕ ਮੁੱਲ ਮਿਲਦਾ, ਭਾਵੇਂ ਕਿਸਾਨ ਹੈ ਭਾਵੇਂ ਮਜ਼ਦੂਰ ਹੈ, ਉਹਦੇ ਵਾਸਤੇ ਕੋਈ ਕੁਝ ਨਹੀਂ ਕਰੇਗਾ। ਉਹਦੇ ਵਾਸਤੇ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਤੇ ਇਹਦੇ ਲਈ ਮੈਂ ਸਮਝਦਾ ਪ੍ਰੋਫੈਸਰ ਗੁਰੂ ਸਿੰਘ ਦੇ ਜਿਹੜੇ ਵਾਕ ਨੇ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿੰਦਾ ਗੁਰਾਂ ਦੇ ਨਾਮ। सिर्फ गुरु साहिबान ने गुरु नानक को लैके सारिया ने एक जीवन जाच दसी सी, जेड़ी जीवन जाच है किरत करन दी, नाम जपण दी, वंड छकण दी। ते जदों उस जीवन जाच तो हट के एक दौड़ बन गई है, वध तो वध लुट के इकट्ठा करके अपने को वध तो वध जमा करन दी, उस दौड़ दे विच जिन्ना जिन्ना बंदा वड्डा हुंदा जांदा पैसे वल्लों उन्नी ज़्यादा भुख वधदी जांदी है। ते इत्थों तक कि अज दुनिया का सब तो बड़ा बजट हथियारां वास्ते ते नंबर 2 ते दूसरा बजट दवाइयां वास्ते सब तो बड़े खर्चे ने। ते दुनिया में शांति चाहिए है, इस वास्ते हथियार बेचने लई प्रचार किया जांदा, शांति चाहते हो तो वध तो वध हथियार कट्टे ताकि असीं हथियार बेच तंदुरुस्त रहना चाहते हो, बीमार होने तो पहले दवाइयां खाणियां शुरू कर दें, भावें वो खा के बीमार हो। इस ढंग नाल साडा समाज अज चल रहा है। इस समाज विच अपनी अगलियां पीढ़ियां नूं समाज नूं बचाउण लई सारिआं नूं ਸਾਹਿਤਕਾਰਾਂ ਨੂੰ ਖਾਸ ਕਰਕੇ ਜਾਗਰੂਕ ਹੋ ਕੇ ਤੇ ਕਿੰਨਾ ਵਿਸ਼ਿਆਂ ਤੇ ਲਿਖਣਾ, ਕਿੰਨਾ ਵਾਸਤੇ ਲਿਖਣਾ ਤੇ ਲੋਕਾਂ ਨੂੰ ਸੁੱਤੇ ਹੋਏ ਸਮੇਂ ਜਗਾਉਣਾ। ਮੈਨੂੰ ਬਹੁਤ ਵਿਦਵਾਨ ਸੱਜਣ ਮਿਲੇ, ਉਹਨਾਂ ਨੇ ਆਖਿਆ ਅੱਜ ਦਾ ਸਮਾਜ ਜਿਹਦੇ ਵਿੱਚ 10% ਲੋਕ ਅੱਜ ਵੀ ਨੇ ਜਿਹੜੇ ਬਹੁਤ ਚੰਗੇ, ਉਹਨਾਂ ਦੇ ਕਰਕੇ ਸਮਾਜ ਨੂੰ 10% ਨੇ ਜਿਹੜੇ ਬਹੁਤ ਮਾੜੇ ਨੇ, ਜਿਹੜੇ ਰਾਖਸ਼ ਨੇ, ਉਹਨਾਂ ਕਰਕੇ ਸਾਰੀ ਤਰਾਸਦੀ ਹੈ। 80% ਨੇ ਭੇਡਾਂ ਨੇ ਜਿਹੜੇ ਕੋਈ ਸੋਚਦੇ ਨਹੀਂ ਕਰਦੇ, ਸਿਰਫ ਆਪਣੀ ਰੋਟੀ ਖਾਣ ਤੋਂ ਬਿਨਾਂ ਉਹਨਾਂ ਨੂੰ ਜਿਹੜਾ ਖਿੱਚ ਕੇ ਜਿੱਧਰ ਨੂੰ ਪ੍ਰਚਾਰ ਕਰਕੇ ਲੈ ਜਾਂਦਾ ਉਧਰ ਨੂੰ ਤੁਰ ਪੈਂਦੇ ਨੇ, ਭਾਵੇਂ ਕੋਈ ਪਖੰਡੀ ਸਾਧ ਹੋਵੇ ਤੇ ਭਾਵੇਂ ਕੋਈ ਨੇਤਾ ਠੱਗ ਹੋਵੇ ਤੇ ਭਾਵੇਂ ਕੋਈ ਚਿੱਟਾ ਵੇਚਣ ਵਾਲਾ ਚੋਰ ਹੋਵੇ। ਇਹਨਾਂ ਸਾਰਿਆਂ ਤੋਂ ਬਚਾਉਣ ਲਈ ਸਾਹਿਤਕਾਰਾਂ ਦਾ ਫਰਜ਼ ਬਣਦਾ ਹੈ ਕਿ ਸਮਾਜ ਨੂੰ ਜਾਗਰੂਕ ਕਰਨ। ਤੰਦਰੁਸਤ ਰਹਿਣ ਲਈ ਤੁਹਾਨੂੰ ਦਵਾਈਆਂ ਦੀ ਲੋੜ ਨਹੀਂ, ਸ਼ਾਂਤੀ ਲਈ ਤੁਹਾਨੂੰ ਹਥਿਆਰਾਂ ਦੀ ਲੋੜ ਨਹੀਂ, ਤੁਹਾਨੂੰ ਇੱਕ ਸੁਹਿਰਦ ਇਨਸਾਨ ਬਣਨ ਦੀ ਲੋੜ ਹੈ। ਸਾਡੇ ਗੁਰੂ ਸਾਹਿਬ ਨੇ ਇੱਕ ਹੀ ਗੱਲ ਆਖੀ ਹੈ, ਉਹਦੇ ਵਿੱਚ ਉਹਨਾਂ ਨੇ ਆਖਿਆ ਕਰ ਇਸ਼ਨਾਨ ਸਿਮਰਤ ਦਾ ਵਰਤਣਾ ਮਨ ਤਨ ਪੈ ਕਰੂਗਾ। ਤੂੰ ਇਸ਼ਨਾਨ ਵਰਤ ਕੇ ਕਰਕੇ ਨਾਮ ਸਿਮਰਤ ਕਰ, ਇੱਕ ਚੰਗਾ ਇਨਸਾਨ ਬਣ, ਸੁੱਚੀ ਕਿਰਤ ਕਰ, ਉਹਦੇ ਜੋ ਲੋੜਵੰਦ ਦੀ ਮਦਦ ਕਰ, ਫਿਰ ਤੂੰ ਮਨ ਕਰਕੇ ਤਸਲੀਮ ਕਰਕੇ ਤੰਦਰੁਸਤ ਹੋਏਗਾ। ਜਿਹੜਾ ਮਨ ਤਸਲੀਮ ਕਰਕੇ ਤੰਦਰੁਸਤ ਹੋਏਗਾ ਉਹ ਪਰੋਖ ਸਮਾਜ ਸਿਰ ਸਕੇਗਾ। ਇਹਦੇ ਨਾਲ ਸਮਾਪਤ ਕਰਦਾ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਖਿਆ ਸੀ ਉਹਨਾਂ ਦੇ ਪ੍ਰਵਚਨਾਂ ਵਿੱਚ, ਮੈਂ ਸਤਿਗੁਰੂ ਜੀ ਦੀ ਸੇਵਾ 24 ਸਾਲ ਰਿਹਾ ਹਾਂ, ਉਹਨਾਂ ਨੇ ਕਿਰਪਾ ਕੀਤੀ, ਸੁਭਾਗ ਬਖਸ਼ਿਆ। ਉਹਨਾਂ ਨੇ ਕਸਮ ਕੀਤਾ ਕਿ ਅੱਜ ਦੀ ਦੁਨੀਆ ਵਿਗਿਆਨ ਇੰਨੀ ਵਿਕਸਿਤ ਹੋ ਚੁੱਕੀ ਹੈ ਕਿ ਰੂਸ ਤੋਂ ਅਮਰੀਕਾ ਤੱਕ ਜੇ ਮਿਜ਼ਾਈਲ ਪਹੁੰਚਣੀ ਹੈ ਤਾਂ 5 ਮਿੰਟਾਂ ਪਹੁੰਚ ਜਾਏਗੀ ਤੇ ਨਿਸ਼ਾਨਾ ਉਹਦਾ 2-3 ਫੁੱਟ ਦੇ ਦਾਇਰੇ ਦੇ ਸਹੀ ਨਿਸ਼ਾਨੇ ਤੇ। ਜੇ ਯੂਰਪ ਤੋਂ ਜਾਏਗੀ ਸਿਰਫ 3 ਮਿੰਟਾਂ ਵਿੱਚ। ਜਿਹੜੀ ਇੰਨੀ ਵੱਡੀ ਪ੍ਰਾਪਤੀ ਇੱਥੋਂ ਤੱਕ ਕਰ ਲਈ ਹੈ, ਜੇ ਇਹਨਾਂ ਸਿਆਣੇ ਵਿਅਕਤੀਆਂ ਦਾ ਵਿਗਿਆਨ ਦੀ ਕਿਤੇ ਇਹ ਕੋਸ਼ਿਸ਼ ਹੁੰਦੀ ਸਾਰੀ ਦੁਨੀਆ ਵਿੱਚ ਕੋਈ ਨੰਗਾ ਭੁੱਖਾ ਹੱਥੀਆਂ ਵਾਲੇ ਸਾਰੇ ਸੁੱਕੀ ਰੋਟੀ ਖਾਣ, ਕਿਸੇ ਹਥਿਆਰ ਦੀ ਲੋੜ ਨਹੀਂ ਸੀ। ਇਹ ਬੜੇ ਇਹਨੂੰ ਬੜੇ ਸੌਖੇ ਢੰਗ ਨਾਲ ਸੰਭਵ ਹੋ ਜਾਣਾ ਸੀ। ਸਾਰੀ ਦੁਨੀਆ ਸੁੱਕੀ ਵੱਸਦੀ। ਗੁਰੂ ਗੋਬਿੰਦ ਸਿੰਘ ਦੇ ਬਾਪ ਨੇ, ਗੁਰੂ ਗੋਬਿੰਦ ਸਿੰਘ ਨੇ ਲਿਖਿਆ ਗੁਰਗੱਦੀ ਉਹਨਾਂ ਦੀ ਬਾਣੀ ਵਿੱਚ,
सबै सृष्ट प्रजा सुखी होए बराजा जिते रूप संताप आनंद गाजा इन्हें शब्दों नाल जीवन का दर्शन बहुत बहुत प्रधानमंत्री मंडल जो सामने बैठे मेरे बहुत जल्दी शादी कि रंजीत खुर्शीदी जी जिन्होंने नाम मैं 20 साल पिछड़िया उन्होंने नाम से सम्मान किया जाए और मैं सिख भैन साहब के सभा के अहुदेदारों और मैंबरों कई बार बेनती की थी कि अपने लिए बहुत ही बढ़िया गल हुई थी कि जे आप खुर्शीदी जी के नाम से गौर शुरू करिए और वो बेनती मेरी सारे ने मान ली। इसलिए मैं साहब के सारे मैंबरों का अहुदेदारों का बहुत धन्यवाद। उसका कारण ये कि मैं जिंदगी तीन बंदियां हमेशा देखते ही देख एक तो साढ़े बिच बैठे नाम शुरू की चलो भी मिलने जाएगा ऊपर चवारे से देखते होते हैं दूसरे भी इसे पाते जो भी बातचीत बड़े मैं उन्हें मिल जाऊंगा वो भी ऊपर चवारे से बैठे देखते होते हैं तीसरे साढ़े बिच नहीं रहे तो जिस खुर्शीदी जी उन्होंने पिछले 15-16 साल श्री भैन साहब धरती से गुजारे और उन्होंने भी एक चवारे के रूप से क्वार्टर लिया मैं कई बार जब उन्होंने मिलना ना तो वो भी देखते होते पर वो देखते देखते एक गल कहते होंगे थी कि देखना कोई शुगल नहीं जबकि कलमान है दुआ है दोस्तों कमी करो वो हर रचना के विचों भालते थी और मीन टेक भी करते थे लियाओ भी करते थे और साड़ियाँ सारिया सैलसफा जो एक रहबर थे शब्द जोड़ना से व्याकरण से उन्होंने बहुत बड़ा आधार सीगा उन्होंने और असी भी कई बार मैं कई बार उन्होंने जो लैंडलाइन फोन चलते मैं कई बार उन्होंने कई शब्दों के कई शब्दों के जोड़ करता थी या फिर सैकल किस तरह भैन साहब आ जाना उत्थे उन्होंने कई गल्लां और बड़ी वधिया गल हुई है कि अज एक खुर्शीदी जी सैर सभा से भैन साहब वालों से याद करके एक सम्मान किया गया। मैं बहुत कुछ उन्होंने बारे दसता गया कि मैंने बिलीव को किस क्यों लगता कि वो पूरी तरह सहज नहीं और सहजकारा नहीं सहजभावना नहीं समर्पित और बड़ी चिंता रखते थे आले दुआले सहजभावना बारे वो सारी गल्लां इस चिट्ठी को पता लगता जी कि उन्होंने मैनू 1998 मैं सोचा कि मैं होटलों कुछ इतने कर नहीं सकता हूँ अरे एक याद चिट्ठी रखी हुई संभाल के रखी हुई याद 1999 और वो चिट्ठी भावना तुझी हम के जरूर एहसास करोगे कि खुर्शीदी पूरी तरह पंजाबी साहित्य में समर्पित सन और आखिरी दम तक श्री भैन साहब की धरती से रह के लिखते रहे पढ़ते रहे और भैन साहब सैर सभा काफी चर बाद होम चाहिए अभी कई बार के नाम ट्विटर का नाम के बारे में जान जाते एक सभा ही बन जाती कृष्ण करोड़ को इतिहास मार रहे उन्होंने भी आ जाना वो यूनिवर्सिटी कहने कि वो गैरती जी चलती रही थी चलो हम ये बढ़िया गल हुई कि आदमी के तौर पर सेक्शन के तौर पर आदमी ने मीटिंग करते हैं तो मैं
ਹੋਵੇ ਉਹਨਾਂ ਵੱਲੋਂ ਲਿਖ ਕੇ ਪੜ੍ਹਦੇ ਹਾਂ। ਪਿਆਰੇ ਗੁਰੂ ਰਾਮ ਜੀ, ਸਤਿ ਸ੍ਰੀ ਅਕਾਲ। ਤੁਹਾਡੇ ਦੋਵੇਂ ਹੁਕਮਨਾਮੇ ਮਿਲ ਗਏ ਹਨ। ਮਾਛੀਵਾੜਾ ਸਭਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਤੁਹਾਡੀ ਪੁਸਤਕ ਨੀਜੋ ਕੋਲ ਸਭਾ ਦੇ ਸਹਿਯੋਗ ਤੋਂ ਬਿਨਾਂ ਹੀ ਪੇਸ਼ ਕੀਤੀ ਜਾ ਰਹੀ ਹੈ ਜਾਂ ਨਹੀਂ। ਉਡੀਕਦਾ ਸੀ ਕਿ ਇਹ ਗੱਲ ਜਵਾਨੀ ਕਰ, ਪਰ ਮੇਰੇ ਪਾਸ ਸਾਧਨ ਅਤੇ ਤੁਹਾਡੇ ਪਾਸ ਸਮਾਂ ਨਹੀਂ। ਹੁਣ ਵਿਚਾਰ ਸਕਦੇ ਹਾਂ। ਅਖਬਾਰਾਂ ਵਿੱਚ ਛਪਾ ਦਿੱਤਾ ਗਿਆ ਹੈ ਕਿ ਮੇਜਰ ਮਾਰਕੀਟ ਦੀ ਪੁਸਤਕ ਬਾਰੇ ਪਰਚਾ ਮੈਂ ਲਿਖ ਰਿਹਾ ਹਾਂ। ਚਲੋ ਲਿਖਣ ਦੀ ਕੋਸ਼ਿਸ਼ ਕਰ ਸਕਦਾ ਹਾਂ, ਪਰ ਪੁਸਤਕ ਦੇ ਅਜੇ ਤੱਕ ਦਰਸ਼ਨ ਨਹੀਂ ਹੋਇਆ। 19/11 ਦੇ ਪ੍ਰੋਗਰਾਮ ਦਾ ਵੇਰਵਾ ਜੇਕਰ ਤੈਅ ਹੋ ਗਿਆ ਹੈ ਤਾਂ ਦੱਸਣ ਦੀ ਕਿਰਪਾਲਤਾ ਕਰਨੀ। 10/12 ਨੂੰ ਮਾਛੀਵਾੜਾ ਸਭਾ ਗਜ਼ਲ ਬਾਰੇ ਸਕੂਲ ਦਾ ਪ੍ਰੋਗਰਾਮ ਕਰ ਰਹੀ ਹੈ। ਡਾਕਟਰ ਨਰੇਸ਼ ਨੇ ਆਉਣਾ ਹੈ, ਮੰਨ ਲਿਆ ਹੈ। ਡਾਕਟਰ ਚੰਦ ਵੀ ਔਰ ਅਤੇ ਜਗਤਾਰ ਜੀ ਵੀ ਇਸ ਗਜ਼ਲ ਸਕੂਲ ਦੇ ਆਉਣਗੇ। ਤੂੰ ਜ਼ਰੂਰ ਆਈ। ਮੇਰੇ ਵੱਲੋਂ ਸਾਰੇ ਪਰਿਵਾਰ ਲਈ ਮੈਂ ਲਿਖੀ ਬਹੁਤ ਹੀ ਪ੍ਰੇਮ ਨਾਲ ਸੰਭਾਲ ਕੇ ਔਰ ਇੱਕ ਤੋਂ ਗੱਲਾਂ ਮੈਂ ਉਹਨਾਂ ਦੇ ਰੋਚਕ ਜੀਵਨ ਦੀਆਂ ਇੱਕ ਮੁੱਖ ਕਰ ਲਵਾਂ। ਉਹਨਾਂ ਦੀ ਗੱਲ ਕਹੀ ਹੋਈ ਆ, ਕਈ ਵਾਰ ਤੁਹਾਨੂੰ 10 ਮਿੰਟ ਬਾਅਦ ਪਤਾ ਇਹ ਕੀ ਕਹੇ। ਦੋ ਗੱਲਾਂ ਖਾਸ ਕਰਕੇ ਸ਼ਬਦਾਵਲੀ ਬਾਰੇ ਕਹਿੰਦੇ ਸੀ ਕਿ ਮੈਂ ਆਮ ਤੌਰ ਤੇ ਬੜੇ ਬੜੇ ਬਦਮਾਨ ਨਹੀਂ ਆਉਂਦਾ। ਮੈਂ ਉਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਮੈਂ ਉਹਨਾਂ ਨੂੰ ਕਹਿੰਦਾ ਵੀ ਕਿ ਬਾਵਜੂਦ ਤੋਂ ਪਿੱਛੋਂ ਕਦੇ ਵੀ ਨਹੀਂ ਲੱਗਦਾ ਹੁੰਦਾ, ਕਿਉਂਕਿ ਬਾਵਜੂਦ ਦੇ ਵਿੱਚ ਹੀ ਸੀ। ਇੱਕੋ ਕਹਿੰਦੇ ਵੀ ਮੈਂ ਕਾਮਰੇਡ ਹਾਂ, ਔਰ ਵੱਡੇ ਕਾਮਰੇਡਾਂ ਦੇ ਮੈਂ ਭਾਸ਼ਣ ਸੁਣੇ ਨੇ। ਉਹ ਕਹਿਣਗੇ ਕਾਮਰੇਡ ਸਾਥੀਓ, ਉਹਨਾਂ ਨੂੰ ਇਹ ਨਹੀਂ ਪਤਾ ਵੀ ਕਾਮਰੇਡ ਦੇ ਸਾਥੀ ਹੁੰਦੇ। और रोक लेना एक बार समराले सभा की मीटिंग हो रही थी, वो भी आए। आगे कितने आए बस लुधियाने तो समराले के 10 रुपये, समराले तो समराले के 10 रुपये, समराले तो समराले के 10 रुपये हुए, क्योंकि लुधियाने तो समराले का भाड़ा 10 रुपये और समराले के थोड़े जे फासले ने रिक्शे वाले 10 रुपये पैसे वो रिक्शे से आए। समराले तो समराले 10 रुपये। एक गल होर तो याद होना कि समराले थाने के एक थानेदार साहब आ गए, वो कहने को वो महंगे हो गए ना उन्होंने नाम वो मीटिंग में आए। आगे वो बाबा समय आगे को आए लो जी कहते होना तुसी किसी ने कदे पानी के अगला मेरे देखा डॉक्टर मारे हो गए भाई बोलो गए जवाब दो पानी के अगला मेरे देखा इसका देखे मैं आज दोनों दिखावांगे क्योंकि पुलिस से लेखक का मेल पानी के अगले मेरे एक होर एक बातें निकले एक मैं मजाक कर यार अपन ना मरीज को बकरी का भी दिखा था वो औरत तो और पिया का लगा के कहते मरीज बकरी का भी दिखा था वो तब बच्चे वो भी गुस्सा पै गया मैं बची जी एक छोटी कहानी बचा के करें मैं क्या बोली थोड़ी जी यदि कहानी बचा के करें तो आखिर का आरबी बकरी का भी बनना थी इस तरह ये रोके करना
और उन्होंने बारे मशहूर थी कि वो जितने भी बैठते थे उन्होंने आले दुआले रौनक लाए खुर्शीदी जी बारे दस गए कि उन्होंने सब्जी मतलब की वो सूबे तो भाव है उन्होंने अपना सब करके आया थी पहला पहला भाग भी बनते थे मगर फिर रुपये नहीं ਤੇ ਆਮ ਤੌਰ ਤੇ ਕਹਿੰਦੇ ਕਈ ਵਾਰ ਕਹਿੰਦੇ ਤੁਸੀਂ ਮੈਨੂੰ ਬੋਲੋ ਮਾਰਨਾ ਚੀਜ਼ ਦੀ ਸਮਝ ਕੇ ਮੈਨੂੰ ਬੋਲੋ ਮਾਰਨਾ ਸਮਝ ਕੇ ਮੈਂ ਕਰਨਾ ਜਿਸ ਤਰ੍ਹਾਂ ਦੀਆਂ ਰਾਕੇ ਕਰਨਾ ਉਹ ਕਰਦੇ ਸੀ ਔਰ ਮੈਨੂੰ ਤਾਂ ਇਸ ਦਾ ਮਾਨਣਾ ਮੈਨੂੰ ਦਾ ਜਿਹੜਾ ਸਾਥ ਬਹੁਤ ਹੀ ਮਾਣਿਆ ਉਹਨਾਂ ਨੂੰ ਬਹੁਤ ਅੱਜ ਮੈਂ ਉਹਨਾਂ ਨੂੰ ਕਿਤੇ ਸਨਮਾਨ ਕੀਤਾ ਜਾਵੇ ਆਪਣੇ That's our treatment. बहुत धन्यवाद। एक बार पहाड़ा जी एक लोगी मेरे अपने बैठे साथी दोस्तों वैसे तो जे देखा जाए लालू सिंह विरक जी संत दरबार सिंह जी दियां गल्लां सुनने तो बाद इन्हां दी वार्ता सुनने तो बाद कोई यही गल नहीं रह जाती कि जिहड़ी कहण जे रह गई होवे इन्हां ने सारियां गल्लां दोहां विद्वान सज्जणां ने अपने अपने खेतर दे विचों लेके सारियां गल्लां साडे नाल साझीआं कर लईआं पर फिर भी मैनूं हुक्म होया हुक्म बजाउणे पैंदे ने मैं कुछ गल्लां करांगा। पहली गल तो यह है कि साहिब सभा भैणी साहब ने अज दो तरह के सम्मान किए हैं। पहला सम्मान तो उन्होंने विद्वान सज्जणों का है मान सम्मान जिन्हों के नाम से ये सम्मान दिते गए। दूजा सम्मान साडे नौजवान लेखकों का ये सारे ही तकरीबन नौजवान लेखक ने नवे साथी ने ये सम्मान इन्हों इन्होंने एक बहुत सोहनी फिरत पाई है जो किस्म का सम्मान होया। मैं इन्हों सारिया इस संत इंद्र सिंह चक्रवर्ती जी को बिना सारिया की नेड़ता सारिया का साथ मानिया। संत इंद्र सिंह चक्रवर्ती जी भावें मैं उन्होंने मुलाकात नहीं कर सकिया पर संतोष सिंह धीर सुरजीत रामपुरी अजय चित्रकार इंद्रजीत हसनपुरी उन्होंने उन्होंने सानू बहुत गल्लां सुनाइयां ने। अक्सर उन्होंने चर्चा होती सी उन्होंने मैनूं मान है कि मैं उन्होंने साहित्य भी पढ़िया उन्होंने नाम से मनदीप गडियाना पुरस्कार देना मैनूं बहुत चंगा लगे। मनदीप साडा होनहार कहानीकार है। इहदियां कहानियां मैं पढ़िया भी ने ते सुनिया भी ने। जिहड़ी हले कहानी छपी नहीं पंजाब बारे वो भी कहानी मैं सुनी है। लाजवाब कहानी है। अज दे जिहड़ा किसान अंदोलन होया सी कित्थों ते लैके कित्थे पहुंचिया किवें उहदियां कहां भविख की कहंदा है उहदा वर्तमान की है उहदा पिछोकड़ भी सी। इस तरह की कहानी मनदीप ने लिखी। असीं ये कहा मैं मनदीप ये कहानी तां लिख सकिया कि तू अंदोलन में जाता रहा ते उहदे नाल पल-पल दी तैनूं खबर सीगी। अजिहे होनहार कहानीकार नूं तुसीं सन्मान के बहुत चंगा कीता। प्रोफैसर कृपाल सिंह कसेर जी नूं मैं मिलदा रहा। प्रोफैसर डॉक्टर प्रविंदर सिंह जी के नाल वो साथी से उन्होंने लाल सिंह जमला जट भी उन्होंने साथी थे। इन्होंने दोहां मानयोग हस्तियों के नाल मैनूं मान है कि मैं प्रोफैसर कृपाल सिंह कसेर की संगत मानी है। इन्होंने नाम से पाली खादर पता नहीं चले गए उन्होंने नाम से इनाम दिता गया। पाली होनहार शायर है कलाकार है। इन्हें बहुत कुछ किया है। बच्चों को शिक्षा भी दिता है
लोग साझा की गल भी करता है। इसके कृपाल सिंह कचेर जी के नाम से इन्होंने नाम दिता गया, बहुत वधिया होया, इन्होंने बधाई है। सुखविंदर करे जी को खुर्शीदी जी के नाम से सम्मान दिता गया है। अज विल साहब ने गल करते करते एक गल याद कराती, शाम सिंह का नाम लैके। शाम सिंह कलास चौक के घर सीगा, वो अपने कांग्रेस पार्टी के लोकल नेता थे। मैं उन्होंने खुर्शीदी साहब के घर भी जाता रहा, क्योंकि खुर्शीदी साहब की जिन्नी संगत मान का मैनू मान मिले, मैं उन्होंने बहुत कुछ सीखिया। मेरे जीवन में जो मैं सीखिया वो 3 बंद मैं कदे नहीं भुल सकता, जिन्होंने प्रोफैसर महेंद्र सिंह चीमा, निरंजन सिंह साथी, सुरजीत खुर्शीदी। खुर्शीदी जी तो भाषा समझी है, साथी साहब तो इतिहास की सोची रही है, चीमा साहब तो जीवन से होर बहुत कुछ सीखा है। चीमा साहब जो अभी पढ़ते थे, मैं मान है, मैं उन्होंने कलीग भी रहा, उन्होंने विद्यार्थी भी रहा। वो एक शख्स ने जो मैं पहली दफा देखे कि पंजाबी दी किताबां ब्लैक बोर्ड से पढ़ाते होंगे थे। जो उन्होंने सानू प्रोफैसर मोहन सिंह जी कविता पढ़ाई कुड़ी कोठों बाहर की, सानू उन्होंने नक्शा बनाया कि कोठों बाहर कितने है, ये समाज कितने है, ये मेरी कुड़ी है, इधरों गई है, इधर जाती है। तो वो किताबां सुनिया हुई सानू कदे नहीं भुलदियां। खुर्शीदी साहब की गल करते थे, मैं उत्थे भी जाता रहा। उन्होंने जिस तरह विक साहब ने दसिया, वो अपनी गल करते थे खुर्शीदी, उन्होंने एक मान सीगा भी मेरा फैक्ट्री है, जो फैक्ट्री कहते होंगे थे वो कि मेरा फैक्ट्री बहुत विद्वान है, आप नहीं वो क्या सीगा। खुर्शीदी साहब ने कहना यार मैनू इन्हों कद के लै जाएगा, मैं तो उन्होंने कहना फोन से जा चले जाना बई सर काम सिंह जी अज का अभी कॉन्फ्रेंस से जाना, झूठ भी बोल देना। तो उन्होंने कहना इन्होंने जितने मर्जी लै जाया, मैंने दस दिया कर, इन्होंने लै जाया कर, मैं आपसे गड्डी देके उन्होंने लै आना। अभी अपन गप्पां मारदियां जो नोट करते थे, ठीक है ना। तो इन्हों के वो रामपुर सभा के प्रधान भी रहे हैं, सुरजीत खुर्शीदी जी माछीवाड़े सभा के प्रधान भी रहे हैं, खंडावा सभा नाल भी जुड़े रहे हैं। इस तरह के सत्य के नाम से फिर वो भावें सखरा के जनपद थे, पर बहुता जो कोट गंगू लैके गए हैं। अखीर से आके उन्हें सुहास श्री भैणी साहब से आके थी, श्री भैणी साहब उन्होंने संस्कार होया थी, श्री भैणी साहब उन्होंने अंतिम अरदास हुई थी। मैनू मैं सिखान सारे हुए उन्होंने नाम से सुरविंदर सनेह को पुरस्कार देना बहुत इन्होंने सारे का नाम पढ़ाते हैं। सुरिंदर कौर सर जी के नाम से प्रदीप कौर चट्ठा जी को जिस तरह की बाणी उन्होंने थी उस तरह की बाणी चट्ठा जी की है। इको धारा के दो शहर फैक्ट्रिया ने वो भी गुरबाणी के प्यार करने वाले थी, चट्ठा जी भी गुरबाणी को प्यार करने वाले ने। सच्चियां सुचियां कदर कीमत इन्हों की नजर विच मिलती है कि मैं इन्होंने भी बधाई देना। कुछ गल्लां होर ने कल समाज के विच बहुत बुराइयां ने, ठीक है, पर हर गल का एक मंच होता है, उस मंच से वो गल करनी होती है, वो चंगी लगती है। मैं इशारा करना पाली खानों की गलबात मैं बंद नहीं करता। उसको दूसरी गल है साहब साहब भैणी ने साहब ने जेड़े भी 4-5 बंदे सिमरन अक्स के समेत जेड़े 5 बंदे चुने ने वो किसी किस्म के रैटी नहीं है, किसी किस्म के माफिया तो नहीं निकले हुए, किसी किस्म के वो किसी रैट नहीं हुई। उन्होंने ये जड़ियां सभावां ने पिछले हफ्ते
ਸਾਹਿਤ ਸਭਾ ਜਗਰਾਉਂ ਨੇ ਇੱਕ ਸਾਹਿਤ ਸਮਾਗਮ ਕਰਾਇਆ ਸੀ ਜਿੱਥੇ ਨਾਮ ਦਿੱਤੇ ਗਏ ਸੀਗੇ। ਉੱਥੇ ਮੈਂ ਆਪਣੇ ਮੁੱਖ ਮਹਿਮਾਨ ਦੇ ਤੌਰ ਤੇ ਰੋਜ਼ ਇਹ ਗੱਲ ਕਹੀ ਸੀ। ਮੈਂ ਇੱਥੇ ਵੀ ਉਹ ਗੱਲ ਦੱਸਾਂਗਾ, ਉਹ ਇਹ ਹੈ ਕਿ ਜਿਹੜੇ ਇਹ ਸੁਭਾਵਾਂ ਦੇ ਪੁਰਸਕਾਰ ਨੇ, ਅਸਲ ਵਿੱਚ ਦੋ ਪੁਰਸਕਾਰ ਹੁੰਦੇ ਨੇ। ਇਹ ਤੁਸੀਂ ਲੋਕਾਂ ਵੱਲੋਂ ਪ੍ਰਵਾਨਿਤ ਕੀਤੇ ਗਏ ਸਾਹਿਤਕਾਰ ਬਣ ਗਏ ਹੋ। ਜਿਹੜੇ ਸਰਕਾਰੀ ਇਨਾਮ ਹੁੰਦੇ ਨੇ ਉਹ ਹੋਰ ਕਿਸਮ ਦੇ ਹੁੰਦੇ ਨੇ। ਇਹ ਲੋਕਾਂ ਦੇ ਪੁਰਸਕਾਰ ਨੇ, ਸਾਹਿਤ ਸੁਭਾਵਾਂ ਦੇ ਪੁਰਸਕਾਰ ਦੋ ਪੁਰਸਕਾਰ ਹੁੰਦੇ ਨੇ। ਇਹਨਾਂ ਦਾ ਮਾਣ, ਇਹਨਾਂ ਦਾ ਸਨਮਾਨ ਦੂਜੇ ਪੁਰਸਕਾਰਾਂ ਨੂੰ ਬਹੁਤ ਜ਼ਿਆਦਾ ਹੁੰਦਾ ਹੈ, ਜੋ ਕਾਫੀ ਬਹੁਤ ਧੰਨਵਾਦ। ਉਹ ਪਿਆਰ ਤੇਰਾ ਤੋਂ ਮੈਂ ਸੱਚੋ ਭਜਿਆ ਜਿਹਦਾ ਮੈਨੂੰ ਸਭ ਤੋਂ ਵੱਡਾ ਕੰਦ ਇਹ ਮਿਲਿਆ ਕਿ ਸਵਾਰੀ ਸਿੰਘ ਮੇਰੇ ਕੋਲੋਂ ਸੁਣਨਾ ਹੈ। ਅੱਜ ਮੇਰੀ ਜਗਦੰਬ ਜੀ ਨੂੰ ਕਹਿੰਦੇ ਆ ਉਹ ਇੱਛਾ ਪੂਰੀ ਕਰਵਾਈ ਹੈ। ਇਸ ਵਾਸਤੇ ਭੈਣੀ ਸਾਹਿਬ ਸਾਹਿਤ ਸਭਾ ਵਧਾਈ ਦੀ ਮਾਤਾ ਹੈ। ਆਪਣਿਆਂ ਦੀ ਪਹਿਚਾਣ ਕਰਨੀ ਸਭ ਤੋਂ ਮੁਸ਼ਕਲ। ਬਗਾਨੇ ਦੇ ਅਵਗੁਣ ਵੀ ਗੁਣ ਲੱਗਣ ਲੱਗ ਜਾਂਦੇ, ਉਹਦੇ ਚ ਮਤਲਬ ਹੁੰਦਾ ਹੈ। ਤੇ ਜਦੋਂ ਆਪਣੇ ਦੀ ਪਹਿਚਾਣ ਕੀਤੀ ਜਾਂਦੀ ਹੈ ਉਦੋਂ ਨਿਰਸਵਾਰਥ ਹੋ ਕੇ ਸੋਚਿਆ ਜਾਂਦਾ ਹੈ। ਅੱਜ ਨਿਰਸਵਾਰਥ ਹੋ ਕੇ ਕੀਤੇ ਗਏ ਕੰਮ ਚ ਹਾਜ਼ਰ ਹੋਣਾ ਇੱਕ ਉਪਲਬਧੀ ਸਮਝਦਾ। ਮੈਂ ਦੋ ਤਿੰਨ ਅੱਖਰਾਂ ਦੀ ਗੱਲ ਕਰਾਂ, ਜ਼ਿਆਦਾ ਨਹੀਂ। ਉਹ ਅਕਸ਼ਰ ਹੈ ਜਿਹੜੇ ਉਹ ਅੱਖਰ ਹੈ ਉਹ ਸਾਰੇ ਦੇ ਸਾਰੇ ਸੱਸੇ ਨਾਲ ਸ਼ੁਰੂ ਹੁੰਦੇ। ਹੋਰ ਮੂਰੇ ਕੋਈ ਵੀ ਪਿਤਾ ਮੈਕ ਤੇ ਰਹੋ ਨਾ, ਮੈਕ ਅੱਛਾ ਪਹਿਲਾ ਸ਼ਬਦ ਹੈ ਸਨੇਹ, दूसरा शब्द है सहारा, तीसरा शब्द है साथ। ये तिन्ने संघर्ष ਨੂੰ ਜਨਮ ਦਿੰਦੇ ਹਨ। ਯਾਦ ਰੱਖੋ ਇਹ ਤਿੰਨੇ ਸੰਘਰਸ਼ ਨੂੰ ਸਾਥ ਦਿੰਦੇ ਆ। ਜੇ ਇਸ ਦਾ ਪ੍ਰਤਾਪ ਚਾਹੀਦਾ ਤਾਂ ਕਿਸਾਨ ਅੰਦੋਲਨ ਬਣਦਾ। ਇਹ ਪ੍ਰਮਾਣ ਹੈ ਕਿਸਾਨ ਅੰਦੋਲਨ ਕਿੰਨਾ ਪੈਨਾ ਸ਼ਬਦਾਂ ਦਾ ਕਿ ਇਹਨਾਂ ਨੇ ਜਨਮ ਦਿੱਤਾ ਸੰਘਰਸ਼ ਨੂੰ। ਤੇ ਫਿਰ ਉਸ ਤੋਂ ਬਾਅਦ ਫਿਰ ਸ਼ਬਦ ਹੈ ਜਿਹੜਾ ਉਹ ਸਵਾਲ ਪੈਦਾ ਕਰਦਾ ਹੈ ਸਾਡੇ ਵਾਸਤੇ ਸੋਚ ਦਾ ਕਿ ਸੰਘਰਸ਼ ਕੀ ਕਰਦਾ ਹੈ, ਸਫਲਤਾ ਦਿੰਦਾ ਹੈ। ਜੇ ਪਹਿਲੇ ਤਿੰਨੇ ਸ਼ਬਦ ਨਹੀਂ ਅਪਣਾਏ ਤਾਂ ਤੁਸੀਂ ਸੰਘਰਸ਼ ਵਾਸਤੇ ਤਿਆਰ ਨਹੀਂ ਹੋਏ, ਗੁਰੂ ਕੇ ਰਹੇ ਹੋ। ਜਦੋਂ ਸੰਘਰਸ਼ ਆ ਕੇ ਤੁਸੀਂ ਸਕਰੀਆ ਹੋ ਕੇ ਉਦੋਂ ਫਿਰ ਕੀ ਹੋਊਗਾ, सफलता मिलती। मैं सबसे तो बाहर कोई शब्द नहीं बोलता, उदो सफलता मिलूगी। जदों फिर सफलता मिल जूगी तो संपूर्णता आ जूगी। जदों संपूर्णता आ जाती है तो फिर सोहज स्वाद पैदा हो जाता है। वो सोहज स्वाद असली की है, खाना जीता तो आ जाए सोहज पहनना ये खाना तो है, ये भी तो जिंदगी का मैं करता। अगला भी है बड़ी सारी कौन पैदा करना, ये बिल्कुल ही निगेट करने वाले ये सब हो जाए, कोई मतलब नहीं था। जिन्ने मर्जी तुसी बड़े बंदियां दे इतिहास तो लग के अज समाज के विच गल्लां कर दो, उन्हां दा कोई मीनिंग नहीं। सवारां दे विच सामने लिया के तुसी मैनूं कोई भी आदे दी गल दिखा रहे हो लिया के जिहने उहने कीती होवे जां जिहदे इन्हां को शिकार होवे, ये किहदी देन है
ਉਹ ਅਸਲ ਸੋਚ ਹੈ, ਉਹਦਾ ਨਾਮ ਹੈ ਸਾਹਿਤ। ਸਾਹਿਤ ਸੋਚ, ਸਾਹਿਤ ਸੋਚ ਕਿਵੇਂ ਪੈਦਾ ਹੋਣਾ ਮਿੱਤਰੋ, ਸੌ ਕੇ ਨਾਲ ਪੈਦਾ ਕੀਤਾ। ਕਿਤਾਬਾਂ ਪੜ੍ਹਨੀਆਂ ਪੈਣ, ਮੰਥਨ ਕਰਨਾ ਪਊਗਾ। ਜੇ ਮੰਥਨ ਕੀਤਾ ਸੀ ਸਮੁੰਦਰ ਦਾ ਤਾਂ 5 ਰਤਨ ਨਿਕਲੇ ਸੀ, ਤੇ ਜੇ ਤੁਸੀਂ ਸੋਚ ਸਵਾਦ ਵਾਸਤੇ ਮੰਥਨ ਸਾਹਿਤ ਦਾ ਕਰੋਗੇ ਤਾਂ ਫਿਰ ਸੋਚ ਸਵਾਦ ਪੈਦਾ ਹੋਊਗਾ। ਗੱਲਾਂ ਬੜੀਆਂ ਕਰਨ ਵਾਲੀਆਂ, ਪਰ ਮੈਂ ਨਾ ਬਹੁਤਾ ਕਰ ਸਕਦਾ ਤੇ ਨਾ ਹੀ ਮੇਰੇ ਕੋਲ ਇੰਨੀਆਂ ਗੱਲਾਂ ਦੀ ਚਾਹਾਂ। ਛੋਟੀ ਜ਼ਿੰਦਗੀ ਦਾ ਇਹ ਹਰ ਕੀਮਤੀ ਸਮਾਂ ਲੈ ਗਿਆ ਮੈਂ ਇਹਦੇ ਵਾਸਤੇ ਹੋਗਾ। ਸਭ ਤਾਂ ਜਿੰਨੀ ਉਮਰ ਹੈ ਉਹਦੇ ਲਈ ऋणी ਰਹੂਗਾ। ਧੰਨਵਾਦ, ਬਹੁਤ ਬਹੁਤ ਧੰਨਵਾਦ।